हाँ जी। ਤਾਂ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਅਲਮਾ ਮੈਟਰ ਆਨਲਾਈਨ ਪੁਆਇੰਟ ਦੇ ਵਿੱਚ। ਤਾਂ ਅੱਜ ਆਪਾਂ ਈਟੀਟੀ ਕੈਡਰ ਦੇ ਵਾਸਤੇ ਕੰਪਲੀਟ ਬਾਇਓ ਕਵਰ ਕਰਾਂਗੇ ਇਸ ਵੀਡੀਓ ਦੇ ਵਿੱਚ। ਤਾਂ ਆਪਣੇ ਕੋਲ ਇਹਦੇ ਵਿੱਚ ਮੇਨਲੀ ਜਿਹੜੇ ਚੈਪਟਰ ਆਪਾਂ ਕਰਾਂਗੇ, ਇਹਦੇ ਵਿੱਚ ਆਪਣੇ ਕੋਲ ਇੱਕ ਸੈੱਲ ਵਾਲਾ ਚੈਪਟਰ ਹੈ, ਟਿਸ਼ੂ ਤੇ ਲਾਈਫ ਪ੍ਰੋਸੈਸਿਸ। ਉਸ ਤੋਂ ਬਾਅਦ ਲਾਈਫ ਪ੍ਰੋਸੈਸ ਤੋਂ ਬਾਅਦ ਵਾਈ ਡੂ ਵੀ ਫਾਲ ਇਲ, ਅਸੀਂ ਬਿਮਾਰ ਕਿਉਂ ਪੈਂਦੇ ਹਾਂ। ਨਰਵਸ ਸਿਸਟਮ ਮਤਲਬ ਕੰਟਰੋਲ ਐਂਡ ਕੋਆਰਡੀਨੇਸ਼ਨ, ਜਿਹੜਾ ਆਪਣੇ ਕੋਲ 10th ਦੇ ਵਿੱਚ ਚੈਪਟਰ ਹੈ। ਰਿਪਰੋਡਕਟਿਵ ਸਿਸਟਮ, ਨੈਚੁਰਲ ਰਿਸੋਰਸਿਸ, ਬਾਇਓਡਾਇਵਰਸਿਟੀ ਤੇ ਇੰਪਰੂਵਮੈਂਟ ਇਨ ਫੂਡ ਰਿਸੋਰਸਿਸ। ਆਹ ਆਪਣੇ ਕੋਲ ਟੋਟਲ ਸਿਲੇਬਸ ਹੈ। ਤਾਂ ਇਹਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਦਾ ਤੁਹਾਨੂੰ ਓਵਰਵਿਊ ਦਿੱਤਾ ਜਾ ਸਕੇ। ਮੇਨ ਟਰਮਸ ਨੇ ਜੋ NCERT ਵਿੱਚ ਡਾਇਰੈਕਟ ਕੁਐਸਚਨ ਦੇ ਰੱਖੇ ਨੇ, ਉਹਨਾਂ ਨੂੰ ਆਪਾਂ ਕਵਰ ਕਰ ਸਕੀਏ। ਠੀਕ ਹੈ ਜੀ। ਇੰਪਰੂਵਮੈਂਟ ਇਨ ਫੂਡ ਰਿਸੋਰਸਿਸ, ਤਾਂ ਆਪਾਂ ਕੋਸ਼ਿਸ਼ ਕਰਾਂਗੇ ਸਾਰਾ ਦਾ ਸਾਰਾ ਜੋ ਸਿਲੇਬਸ, ਜੋ ਵੀ ਪੈਟਰਨ, ਜੋ ਵੀ ਮਟੀਰੀਅਲ ਹੈ ਉਹ NCERT ਬੇਸਡ ਚੱਲੇਗਾ। ਤੇ NCERT ਦੇ ਵਿੱਚੋਂ ਟਰਮਸ ਜਿਹੜੀਆਂ ਨੇ ਡਾਇਰੈਕਟਲੀ ਆਪਾਂ ਪੜ੍ਹ ਸਕੀਏ। ਠੀਕ ਹੈ ਜੀ। ਤਾਂ ਆਪਾਂ ਸ਼ੁਰੂ ਕਰਦੇ ਹਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ। ਜੇਕਰ ਤੁਹਾਨੂੰ ਸਾਡੀ ਇਹੀ ਕੋਸ਼ਿਸ਼ ਵਧੀਆ ਲੱਗੇ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਅਤੇ ਜੇ ਤੁਸੀਂ ਚਾਹੁੰਦੇ ਹੋ ਵੀ ਇੱਦਾਂ ਦੀ ਹੀ ਫਿਜ਼ਿਕਸ ਅਤੇ ਕੈਮਿਸਟਰੀ ਦੀ ਇੱਕ ਵੀਡੀਓ ਬਣਾਈ ਜਾਵੇ ਤਾਂ ਪਲੀਜ਼ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ, ਫਿਰ ਉਹ ਵੀ ਨਾਲ ਦੀ ਨਾਲ ਬਣਾ ਦਿੱਤੀ ਜਾਵੇਗੀ। ਤਾਂ ਆਪਾਂ ਪਹਿਲਾਂ ਸਟਾਰਟ ਕਰਦੇ ਹਾਂ ਬਾਇਓ ਦੇ ਟੌਪਿਕ। ਠੀਕ ਹੈ ਜੀ। ਬਾਇਓ ਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾਂ ਆਪਣਾ ਜਿਹੜਾ ਟੌਪਿਕ ਹੈ ਸੈੱਲ, ਦਾ ਫੰਡਾਮੈਂਟਲ ਯੂਨਿਟ ਆਫ ਲਾਈਫ। ਠੀਕ ਹੈ। ਤਾਂ ਫੰਡਾਮੈਂਟਲ ਯੂਨਿਟ ਆਫ ਲਾਈਫ ਕਿਹਨੂੰ ਕਿਹਾ ਜਾਂਦਾ ਹੈ? ਸੈੱਲ ਨੂੰ। ਠੀਕ ਹੈ। ਸੈੱਲ ਮਤਲਬ ਜੀਵਨ ਦੀ ਸਭ ਤੋਂ ਮੁੱਢਲੀ ਇਕਾਈ ਜਿਹੜੀ ਹੈ ਉਹ ਸੈੱਲ ਹੈ। ਤਾਂ ਹੁੰਦਾ ਕੀ ਹੈ, ਜਦੋਂ ਵੀ ਆਪਾਂ ਆਪਣੇ ਆਲੇ ਦੁਆਲੇ ਜੀਵਾਂ ਨੂੰ, ਸੰਜੀਵਾਂ ਨੂੰ ਵੇਖਦੇ ਹਾਂ ਤਾਂ ਉਹ ਛੋਟੇ ਛੋਟੇ ਚੀਜ਼ਾਂ ਤੋਂ, ਛੋਟੇ ਛੋਟੇ ਹਿੱਸਿਆਂ ਤੋਂ ਬਣੇ ਹੁੰਦੇ ਨੇ। ਠੀਕ ਹੈ। ਤਾਂ ਉਹ ਜਿਹੜੇ ਇੱਕ ਲਿਵਿੰਗ ਬੀਇੰਗ ਦਾ, ਇੱਕ ਜਿੰਦਾ ਚੀਜ਼ ਦੀ ਸਭ ਤੋਂ ਛੋਟੀ ਜਿਹੜੀ ਇਕਾਈ ਹੈ, ਜਿਹਦੇ ਨਾਲ ਸਾਰੀਆਂ ਦੀਆਂ ਸਾਰੀਆਂ ਲਿਵਿੰਗ ਆਰਗੈਨਿਜ਼ਮ ਚੱਲਦੀਆਂ ਨੇ, ਤਾਂ ਉਹਨੂੰ ਕਿਹਾ ਜਾਂਦਾ ਸੈੱਲ। ਠੀਕ ਹੈ। ਸੈੱਲ ਨੂੰ ਫੰਡਾਮੈਂਟਲ ਯੂਨਿਟ, ਫੰਡਾਮੈਂਟਲ ਦਾ ਮਤਲਬ ਹੁੰਦਾ ਕਿਸੇ ਵੀ ਚੀਜ਼ ਦੀ ਮੁੱਢਲੀ ਇਕਾਈ, ਕਿਸੇ ਵੀ ਚੀਜ਼ ਦੀ ਬੇਸਿਕ ਸਟਰਕਚਰ, ਜਿਹਦੇ ਤੋਂ ਅੱਗੇ ਸਾਰਾ ਕੁਝ ਬਣਦਾ ਹੈ। ਠੀਕ ਹੈ ਜੀ। ਤਾਂ ਆਪਾਂ ਜਦੋਂ ਸੈੱਲਾਂ ਦੇ ਬਾਰੇ ਪੜ੍ਹਦੇ ਹਾਂ ਤਾਂ ਸੈੱਲਾਂ ਨੂੰ ਜੋੜ ਕੇ ਅੱਗੇ ਟਿਸ਼ੂ ਬਣਦੇ ਨੇ। ਠੀਕ ਹੈ। ਹੁਣ ਇਹ ਆਪਾਂ ਵੇਖਦੇ ਹਾਂ ਸੈੱਲ ਨੂੰ ਮੁੱਢਲੀ ਇਕਾਈ ਕਿਉਂ ਕਿਹਾ ਜਾਂਦਾ ਹੈ। ਕਿਉਂਕਿ ਸੈੱਲਾਂ ਨੂੰ ਜੋੜ ਕੇ ਟਿਸ਼ੂ ਬਣਦੇ ਨੇ। ਠੀਕ ਹੈ। ਤੇ ਟਿਸ਼ੂ ਨੂੰ ਜਦੋਂ ਆਪਾਂ ਜੋੜਦੇ ਹਾਂ ਤਾਂ ਆਪਣੇ ਕੋਲ ਕੀ ਹੈ, ਜਿਹੜੇ ਛੋਟੇ ਛੋਟੇ ਅੰਗ ਬਣਦੇ ਨੇ। ਠੀਕ ਹੈ। ਟਿਸ਼ੂ ਨੂੰ ਜਦੋਂ ਆਪਾਂ ਜੋੜਦੇ ਹਾਂ ਤਾਂ ਆਪਣੇ ਕੋਲ ਅੰਗ ਬਣਦੇ ਨੇ। ਠੀਕ ਹੈ। ਤੇ ਜਦੋਂ ਆਪਾਂ ਅੰਗਾਂ ਨੂੰ ਜੋੜਦੇ ਹਾਂ ਤਾਂ ਅੰਗਾਂ ਦੇ ਸਿਸਟਮ ਬਣਦੇ ਨੇ। ਠੀਕ ਹੈ। ਜਿਵੇਂ ਆਪਣੇ ਕੋਲ ਰੈਸਪੀਰੇਟਰੀ ਸਿਸਟਮ ਬਣਦਾ ਹੈ। ਠੀਕ ਹੈ। ਸਰਕੂਲੇਟਰੀ ਸਿਸਟਮ ਬਣਦਾ ਹੈ, ਉਹਦੇ ਵਿੱਚ ਅੱਗੇ ਕਈ ਅੰਗ ਕੰਬਾਈਨ ਕਰਦੇ ਨੇ। ਤੇ ਫਿਰ ਜਦੋਂ ਇਹਨਾਂ ਨੂੰ ਅੰਗਾਂ ਦੇ ਸਿਸਟਮ ਨੂੰ ਜਦੋਂ ਆਪਾਂ ਕੰਬਾਈਨ ਕਰਦੇ ਹਾਂ ਤਾਂ ਫਿਰ ਆਪਣੇ ਕੋਲ ਇੱਕ ਜੀਵ ਬਣਦੇ ਨੇ। ਠੀਕ ਹੈ। ਆਪਣੇ ਕੋਲ ਸੈੱਲ ਹੁੰਦੇ ਨੇ, ਸੈੱਲ ਤੋਂ ਬਾਅਦ ਆਪਣੇ ਕੋਲ ਟਿਸ਼ੂ ਹੁੰਦੇ ਨੇ, ਟਿਸ਼ੂ ਤੋਂ ਅੱਗੇ ਆਪਣੇ ਕੋਲ ਔਰਗਨ ਬਣਦੇ ਨੇ, ਤੇ ਔਰਗਨ ਤੋਂ ਔਰਗਨ ਸਿਸਟਮ ਬਣਦੇ ਨੇ, ਤੇ ਉਹਦੇ ਤੋਂ ਬਾਅਦ ਫਿਰ ਆਪਣੇ ਕੋਲ ਆਰਗੈਨਿਜ਼ਮ ਬਣਦੇ ਨੇ। ਠੀਕ ਹੈ ਜੀ। ਤਾਂ ਇਸ ਕਰਕੇ ਜਿਹੜਾ ਇੱਕ ਸੈੱਲ ਹੈ ਉਹਨੂੰ ਆਪਾਂ ਫੰਡਾਮੈਂਟਲ ਯੂਨਿਟ ਆਫ ਲਾਈਫ ਕਹਿੰਦੇ ਹਾਂ। ਠੀਕ ਹੈ ਜੀ। ਤਾਂ ਸੈੱਲ ਦੇ ਬਾਰੇ ਕੁਝ ਫੈਕਟ ਨੇ। ਜਦੋਂ ਵੀ ਆਪਾਂ ਸੈੱਲ ਦੀ ਸਟੱਡੀ ਕਰਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਸਾਈਟੋਲੋਜੀ। ਦਾ ਸਟੱਡੀ ਆਫ ਸੈੱਲ ਇਜ਼ ਨੋਨ ਐਜ਼ ਸਾਈਟੋਲੋਜੀ। ਇਹੋ ਜਿਹੇ ਫੈਕਚੁਅਲ ਕੁਐਸਚਨਸ ਨੂੰ ਜ਼ਰੂਰ ਯਾਦ ਰੱਖਿਓ ਜੀ। ਸਟੱਡੀ ਆਫ ਸੈੱਲ ਉਹਨੂੰ ਕੀ ਕਹਿੰਦੇ ਨੇ? ਸਾਈਟੋਲੋਜੀ। ਠੀਕ ਹੈ ਜੀ। ਤੇ ਸਭ ਤੋਂ ਪਹਿਲਾ ਜਿਹੜਾ ਸੈੱਲ ਸੀਗਾ, ਸਭ ਤੋਂ ਜਿਹੜਾ ਪਹਿਲਾ ਸੈੱਲ ਸੀ, ਠੀਕ ਹੈ, ਕੋਸ਼ਿਕਾ ਸੈੱਲ, ਸਭ ਤੋਂ ਪਹਿਲਾ ਪਤਾ ਰੋਬਰਟ ਹੁੱਕ ਨੇ ਲਗਾਇਆ ਸੀ। ਸਭ ਤੋਂ ਪਹਿਲਾਂ ਕਿਹਨੇ ਪਤਾ ਲਗਾਇਆ ਸੀ? ਰੋਬਰਟ ਹੁੱਕ ਨੇ।
ਤੇ ਰੋਬਰਟ ਹੁੱਕ ਨੇ ਜਿਹੜਾ ਸੈੱਲ ਦਾ ਪਤਾ ਲਗਾਇਆ ਸੀ 1665 ਦੇ ਵਿੱਚ। ਠੀਕ ਹੈ, ਇਹ ਕੁਐਸਚਨ ਫੈਕਚੁਅਲ ਨੇ, ਆਪਾਂ ਨੂੰ ਐਜ਼ ਇਟ ਇਜ਼ ਯਾਦ ਰੱਖਣੇ ਪੈਣਗੇ। ਤੇ ਜਿਹੜੇ ਰੋਬਰਟ ਹੁੱਕ ਨੇ ਸੈੱਲ ਫਾਈਂਡ ਕਰੇ ਸੀ ਉਹ ਵਾਲੇ ਸੈੱਲ ਡੈਡ ਸੈੱਲ ਸੀਗੇ, ਯਾਨੀ ਕਿ ਜੀਵਿਤ ਸੈੱਲ ਨਹੀਂ ਸੀ। ਤਾਂ ਸਭ ਤੋਂ ਪਹਿਲਾਂ ਜਿਹੜੇ ਸੈੱਲ ਡਿਸਕਵਰ ਹੋਏ ਸੀ ਡੈਡ ਸੈੱਲ, ਉਹ ਰੋਬਰਟ ਹੁੱਕ ਨੇ ਡਿਸਕਵਰ ਕਰੇ ਸੀ 1665 ਦੇ ਵਿੱਚ। ਉਸ ਤੋਂ ਬਾਅਦ ਦੂਸਰਾ ਜਿਹੜਾ ਨੰਬਰ ਸੀ ਇਹਦੇ ਵਿੱਚ ਹੀ ਲੀਵਨ ਹੁੱਕ ਨੇ 1664 ਦੇ ਵਿੱਚ ਸਭ ਤੋਂ ਪਹਿਲਾਂ ਇੱਕ ਆਪਦੀ ਸੂਖਮਦਰਸ਼ੀ ਮਾਈਕਰੋਸਕੋਪ ਦੇ ਰਾਹੀਂ ਛੱਪੜ ਦੇ ਪਾਣੀ ਵਿੱਚ ਮਿਲਣ ਵਾਲੇ ਸੁਤੰਤਰ ਜੀਵਿਤ ਸੈੱਲਾਂ ਦਾ ਪਤਾ ਲਗਾਇਆ ਸੀ। ਤਾਂ ਸਭ ਤੋਂ ਪਹਿਲਾਂ ਜੀਵਿਤ ਸੈੱਲ ਕਿਹਨੇ ਫਾਈਂਡ ਕਰੇ ਸੀ? ਲੀਵਨ ਹੁੱਕ ਨੇ। ਕਿਹਨੇ ਫਾਈਂਡ ਕਰੇ ਸੀ? ਲੀਵਨ ਹੁੱਕ ਨੇ। ਐਲ ਫੋਰ ਲੀਵਨ ਹੁੱਕ ਤੇ ਐਲ ਫੋਰ ਲਿਵਿੰਗ ਸੈੱਲ, ਆਹ ਛੋਟੀਆਂ ਛੋਟੀਆਂ ਟਰਮਸ ਨੇ ਜਿਹੜੀਆਂ ਆਪਾਂ ਨੂੰ ਯਾਦ ਰੱਖ ਕੇ ਚੱਲਣੀਆਂ ਪੈਣੀਆਂ। ਠੀਕ ਹੈ, ਉਸ ਤੋਂ ਬਾਅਦ ਸੈੱਲ ਦੇ ਵਿੱਚ ਜਿਹੜਾ ਹੁੰਦਾ ਸਾਈਟੋਪਲਾਜ਼ਮ ਹੁੰਦਾ। ਠੀਕ ਹੈ, ਉਹ ਗੱਲ ਕਿਹਨੇ ਕਹੀ ਸੀ? ਪੁਰਕਿੰਚੇ ਨੇ। ਸੈੱਲ ਦੇ ਵਿੱਚ ਜਿਹੜਾ ਪਦਾਰਥ ਹੈ ਜਿਹਨੂੰ ਆਪਾਂ ਜੀਵ ਦਰਵ ਕਹਿੰਦੇ ਹਾਂ, ਸੈੱਲ ਦੇ ਵਿੱਚ ਇੱਕ ਸਾਈਟੋਪਲਾਜ਼ਮ ਹੁੰਦਾ। ਇਹਦੇ ਬਾਰੇ ਆਪਾਂ ਅੱਗੇ ਡਿਟੇਲ 'ਚ ਪੜਾਂਗੇ। ਤਾਂ ਉਸ ਚੀਜ਼ ਦੇ ਬਾਰੇ ਆਪਾਂ ਨੂੰ ਕਿਹਨੇ ਦੱਸਿਆ ਸੀ? ਪੁਰਕਿੰਚੇ ਨੇ। ਠੀਕ ਹੈ, ਉਸ ਚੀਜ਼ ਬਾਰੇ ਆਪਾਂ ਨੂੰ ਕਿਹਨੇ ਦੱਸਿਆ ਸੀ? ਪੁਰਕਿੰਚੇ ਨੇ, ਵੀ ਸੈੱਲ ਦੇ ਵਿੱਚ ਇੱਕ ਸਾਈਟੋਪਲਾਜ਼ਮ ਹੁੰਦਾ। ਠੀਕ ਹੈ, ਤੇ ਉਸ ਤੋਂ ਬਾਅਦ ਹੈ ਦੋ ਅਲੱਗ-ਅਲੱਗ ਸਾਇੰਟਿਸਟ ਸੀਗੇ, ਦੋ ਅਲੱਗ-ਅਲੱਗ ਬੋਟਨਿਸਟ ਸੀਗੇ। ਇੱਕ ਦਾ ਨਾਮ ਸੀ TM ਸ਼ੈਲਡਨ ਤੇ ਦੂਜੇ ਦਾ ਨਾਮ ਸੀ ਸ਼ਵਾਨ। ਇਹਨਾਂ ਨੇ ਸੈੱਲ ਥਿਊਰੀ ਬਣਾਈ ਸੀ। ਇਹਨਾਂ ਨੇ ਸੈੱਲ ਥਿਊਰੀ ਬਣਾਈ ਸੀ। ਸੈੱਲ ਥਿਊਰੀ ਦੇ ਹੁਣ ਪੁਆਇੰਟ ਕੀ ਹੁੰਦੇ ਨੇ? ਇਹ ਸਿਧਾਂਤ ਦੇ ਅਨੁਸਾਰ, ਮਤਲਬ ਸੈੱਲ ਥਿਊਰੀ ਦੇ ਅਨੁਸਾਰ ਸਾਰੇ ਸੈੱਲ, ਚਾਹੇ ਉਹ ਪੌਦਾ ਸੈੱਲ ਨੇ, ਚਾਹੇ ਉਹ ਜੰਤੂ ਸੈੱਲ ਨੇ, ਚਾਹੇ ਉਹ ਪੌਦੇ ਨੇ, ਚਾਹੇ ਉਹ ਜੰਤੂ ਨੇ, ਜੇਕਰ ਕੋਈ ਚੀਜ਼ ਲਿਵਿੰਗ ਹੈ, ਕੋਈ ਚੀਜ਼ ਜਿੰਦਾ ਹੈ, ਤਾਂ ਉਹ ਸੈੱਲਾਂ ਤੋਂ ਬਣੀ ਹੋਈ ਹੈ। ਤੇ ਇਹ ਜਿਹੜੀਆਂ ਕੋਸ਼ਿਕਾਵਾਂ ਨੇ, ਇਹੀ ਜਿਹੜੇ ਸੈੱਲ ਨੇ, ਜੀਵਨ ਦੀ ਮੁੱਢਲੀ ਇਕਾਈ ਹੈ। ਇਹ ਚੀਜ਼ ਜਿਹੜੀ ਸੈੱਲ ਥਿਊਰੀ ਦੀ ਸਟਾਰਟਿੰਗ ਕਿਹਨੇ ਕਰੀ ਸੀ? ਸਕਲੈਡਨ ਐਂਡ ਸ਼ਵਾਨ ਨੇ। ਉਸ ਤੋਂ ਬਾਅਦ ਇਹਦੇ ਵਿੱਚ ਥੋੜੀ ਜਿਹੀ ਇੱਕ ਇੰਪਰੂਵਮੈਂਟ ਕੀਤੀ ਗਈ 1855 ਦੇ ਵਿੱਚ। ਇੱਕ ਵਿਰਚੂ ਨਾਮ ਦਾ ਸਾਇੰਟਿਸਟ ਸੀਗੇ, ਉਹਨਾਂ ਨੇ ਇਹਦੇ ਵਿੱਚ ਮੋਡੀਫਿਕੇਸ਼ਨ ਕਰੀ। ਉਹਨਾਂ ਨੇ ਸੈੱਲ ਥਿਊਰੀ ਦੇ ਵਿੱਚ ਮੋਡੀਫਿਕੇਸ਼ਨ ਕਰੀ। ਕੀ ਮੋਡੀਫਿਕੇਸ਼ਨ ਕਰੀ? ਬਈ ਜਿੰਨੇ ਵੀ ਨਵੇਂ ਸੈੱਲ ਨੇ, ਦੱਸਿਆ ਕਿ ਸਾਰੇ ਸੈੱਲ ਜੋ ਪਹਿਲਾਂ ਹੋਂਦ ਵਿੱਚ ਆਏ ਸੈੱਲਾਂ ਤੋਂ ਬਣਦੇ ਨੇ। ਜੋ ਸੈੱਲ ਹੁਣ ਆਪਣੇ ਕੋਲ ਹੈਗੇ ਨੇ ਉਹ ਪਹਿਲਾਂ ਤੋਂ ਹੀ ਬਣੇ ਸੈੱਲਾਂ ਤੋਂ ਬਣਦੇ ਨੇ। ਤੇ 1940 ਦੇ ਵਿੱਚ ਇਲੈਕਟ੍ਰੋਨ ਮਾਈਕਰੋਸਕੋਪ ਦੀ ਖੋਜ ਹੋਈ। ਹੁਣ ਮਾਈਕਰੋਸਕੋਪ ਕੀ ਹੁੰਦਾ ਹੈ? ਆਪਾਂ ਸੈੱਲ ਬਹੁਤ ਛੋਟੇ ਹੁੰਦੇ ਨੇ, ਉਹਨਾਂ ਨੂੰ ਵੇਖਣ ਵਾਸਤੇ ਇੱਕ ਇੰਸਟਰੂਮੈਂਟ ਚਾਹੀਦਾ ਹੁੰਦਾ ਜਿਹਨੂੰ ਆਪਾਂ ਮਾਈਕਰੋਸਕੋਪ ਕਹਿੰਦੇ ਹਾਂ। ਠੀਕ ਹੈ, ਪਹਿਲੇ ਸਿੰਪਲ ਮਾਈਕਰੋਸਕੋਪ ਬਣੀ, ਉਸ ਤੋਂ ਬਾਅਦ ਕੰਪਾਊਂਡ ਮਾਈਕਰੋਸਕੋਪ ਬਣੀ, ਤੇ ਉਸ ਤੋਂ ਬਾਅਦ ਆਪਣੇ ਕੋਲ ਇਲੈਕਟ੍ਰੋਨ ਮਾਈਕਰੋਸਕੋਪ ਬਣੀ। ਠੀਕ ਹੈ ਜੀ, ਜਿਹੜੀ ਸਿੰਪਲ ਮਾਈਕਰੋਸਕੋਪ ਹੁੰਦੀ ਹੈ ਉਹਦਾ ਜਿਹੜਾ ਵੱਡ ਦਰਸ਼ਨ ਹੁੰਦਾ ਉਹ ਕੁਝ 100 ਗੁਣਾ ਤੱਕ ਹੁੰਦਾ। ਠੀਕ ਹੈ, ਜਿਹੜੀ ਕੰਪਾਊਂਡ ਮਾਈਕਰੋਸਕੋਪ ਹੈ ਉਹ ਕਿਸੇ ਵੀ ਚੀਜ਼ ਨੂੰ 2000 ਗੁਣਾ ਤੋਂ ਲੈ ਕੇ 5000 ਗੁਣਾ ਤੱਕ ਵੱਡਾ ਕਰਕੇ ਵਿਖਾ ਸਕਦੀ ਹੈ। ਤੇ ਜਿਹੜੀ ਇਲੈਕਟ੍ਰੋਨ ਮਾਈਕਰੋਸਕੋਪ ਹੈ ਉਹ ਕਿਸੇ ਵੀ ਚੀਜ਼ ਨੂੰ 2 ਲੱਖ ਤੋਂ ਲੈ ਕੇ 5 ਲੱਖ ਗੁਣਾ ਤੱਕ ਵੱਡਾ ਕਰਵਾ ਸਕਦੀ। 2 ਲੱਖ ਤੋਂ 5 ਲੱਖ ਤੱਕ ਵੱਡਾ ਕਰਵਾ ਸਕਦੀ। ਤੇ ਜਿਹੜੀ ਸੈੱਲ ਦੇ ਵਿੱਚ ਜਿੰਨੇ ਵੀ ਗੁੰਝਲਦਾਰ ਰਚਨਾਵਾਂ ਨੇ, ਜਿੰਨੇ ਵੀ ਉਹਦੇ ਨਿਕੜੇ ਅੰਗ ਨੇ, ਜੇ ਉਹਨਾਂ ਨੂੰ ਆਪਾਂ ਸਮਝਣਾ ਹੈ, ਉਹਨਾਂ ਦੇ ਬਾਰੇ ਆਪਾਂ ਨੂੰ ਪਤਾ ਕਰਨਾ ਹੈ, ਤਾਂ ਆਪਾਂ ਨੂੰ ਇਲੈਕਟ੍ਰੋਨ ਸੂਖਮਦਰਸ਼ੀ ਦੀ ਲੋੜ ਪੈਂਦੀ ਹੈ। ਤੇ ਇਲੈਕਟ੍ਰੋਨ ਸੂਖਮਦਰਸ਼ੀ ਦੀ ਜਿਹੜੀ ਖੋਜ ਸੀ ਉਹ ਦੋ ਬੰਦਿਆਂ ਨੇ ਕਰੀ ਸੀ। ਉਹਨਾਂ ਦਾ ਨਾਮ ਸੀ ਰਸਕਾ ਐਂਡ ਨੋਲ। ਉਹਨਾਂ ਦਾ ਨਾਮ ਸੀ ਰਸਕਾ ਐਂਡ ਨੋਲ। ਦੋ ਬੰਦੇ ਸੀ ਜਿਨ੍ਹਾਂ ਨੇ ਇਲੈਕਟ੍ਰੋਨ ਮਾਈਕਰੋਸਕੋਪ ਦੀ ਖੋਜ ਕੀਤੀ ਸੀ। ਠੀਕ ਹੈ ਜੀ, ਇਹੀ ਸੀ ਸੈੱਲ ਦੇ ਬਾਰੇ ਥੋੜਾ ਜਿਹਾ ਫੈਕਚੁਅਲ ਡਾਟਾ ਆਪਾਂ ਨੂੰ ਯਾਦ ਰੱਖਣਾ ਪਏਗਾ। ਤੇ ਇੱਕ ਸੈੱਲ ਦੇ ਵਿੱਚ ਨਿਊਕਲੀਅਸ ਹੁੰਦਾ, ਇਸ ਚੀਜ਼ ਦੇ ਬਾਰੇ ਆਪਾਂ ਨੂੰ ਰੋਬਰਟ ਬਰਾਊਨ ਨੇ ਦੱਸਿਆ ਸੀ। ਰੋਬਰਟ ਬਰਾਊਨ ਨੇ ਇਹ ਰਾਜੇ ਸਾਰੇ ਦੇ ਸਾਰੇ ਜਿਹੜੇ ਨਾਮ ਨੇ, ਆਹ ਜਿਹੜੇ ਬਾਕਸ ਨੇ, ਜ਼ਰੂਰ ਯਾਦ ਕਰ ਲਏ ਜਾਣ। ਇੱਥੋਂ ਕੁਐਸਚਨ ਆਉਣ ਦੇ ਬਹੁਤ ਜ਼ਿਆਦਾ ਚਾਂਸਿਸ ਨੇ, ਮਤਲਬ ਪੂਰੇ ਚਾਂਸਿਸ ਨੇ ਇਹਦੇ ਵਿੱਚੋਂ ਕੁਐਸਚਨ ਪੁੱਛਿਆ ਜਾ ਸਕਦਾ। ਤਾਂ ਆਪਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪਏਗਾ। ਜੇਕਰ ਕੁਐਸਚਨ ਫੈਕਚੁਅਲੀ ਆਉਂਦੇ ਨੇ ਤਾਂ ਇਸ ਟਾਈਪ ਦੇ ਕੁਐਸਚਨਸ ਆਉਣ ਦੇ ਪੂਰੇ ਚਾਂਸਿਸ ਨੇ। ਠੀਕ ਹੈ ਜੀ, ਇਸ ਤੋਂ ਬਾਅਦ ਨੈਕਸਟ ਆਪਣਾ ਜਿਹੜਾ ਟੌਪਿਕ ਹੈ
ठीक है। अगे संजीव किस दे बने होंगे ने, तो हुणे आप सैल थ्योरी के अकॉर्डिंग पढ़िया जिन्नियां भी संजीव चीज़ां ने वो कादियां बनिया होंदियां ने, सैलों दियां बनिया होंदियां ने। जिन्नियां भी संजीव कादे बने होंदे ने, सैलों दे बने होंदे ने। संजीव सैलों दे बने होंदे ने। ते जिहड़ा एक सैल वर्ड है, ठीक है, जिहड़ा वर्ड सैल है वो एक लैटिन भाषा के वर्ड सैलूला तो लिया गया। सैलूला तो लिया गया है, जिसका अर्थ है, सैलूला एक लातीनी भाषा लैटिन लैंग्वेज का वर्ड है, तो जिसका मतलब होंदा खाली थां, जिसका मतलब होंदा खाली स्थान, यानी कि एम्पटी स्पेस। ਇਹਦਾ मतलब ਹੁੰਦਾ एम्पटी स्पेस। तो सब तो पहला मतलब कॉर्क जिहड़ा हुंदा ना ट्री, मतलब जिहड़ा हुंदा किसी भी पौधे के उपर जिहड़े कॉर्क उहदी जिहड़ी छिल हुंदी है, उहदे विच रॉबर्ट हुक ने अपनी खुद की बनाई हुई सूखमदर्शी दे नाल 1665 दे विच सब तो पहला सैल विखे सी। ते इह जिहड़े सैल सी किहड़े सी, डैड सैल सीगे। इह जिहड़े सैल सी ओह किहड़े सी, डैड सैल सीगे। ठीक है जी, यही सी सैल के बारे थोड़ी जी फैक्चुअल जानकारी, थोड़ी जी जानकारी। हुण उस तो बाद जिहड़ियां उन्होंने संरचनावां वेखियां जिन्होंने बाद विच उन्होंने सैल का नाम दिता, वो हर एक चीज़ विच हुंदियां। जिवें उन्होंने प्याज दीयां झिल्लियां नूं कट के वेख्या, या फिर अपने ह्यूमन चीक सैल जिहड़ी अपनी गल्लां ते जिहड़े सैल हुंदे ने उन्हां नूं चैक करके वेख्या, तां फिर उन्हां नूं पता लग्या बई सारियां दियां सारियां चीज़ां, सारियां दियां सारियां चीज़ां जिहड़ियां ने ओह की हुंदियां ने, सैलों तो बनिया हुंदियां ने। ठीक है, सारियां दियां सारियां चीज़ां जिहड़ियां ने ओह की हुंदियां ने, सैलों तो बनिया हुंदियां ने। ठीक है जी। उस तो बाद है जदों वटदर्शी लैंस की खोज हुई, जदों सूखमदर्शी होद विच आए, तो यह भी पता लग्या कि जिहड़े सैल ने वो आपदे आप विच एक संपूर्ण जीव ने। इत्थों एक बड़े वधिया क्वेश्चन बनते हैं बई जदों सैल तो ऑर्गेनिज्म बनते हैं तो दो तरह के ऑर्गेनिज्म बनते हैं। ठीक है, एक होंगे ने यूनीसैलूलर, मतलब एक सैली जीव, एक होंगे ने मल्टी सैलूलर। ठीक है, तो इस तो पहला एक चीज़ होर डिस्कस कर लैंदे आं। जदों आपां सैलां बारे पढ़ रहे होंदे आ तां एक चीज़ यह वेखण नूं पता लगदी है भी सैल आप भी दो तरह के होंदे ने। अपने कोल जिहड़े सैल ने वो दो तरह के होंदे ने, एक होंदे ने प्रोकैरियोटिक, एक होंदे ने यूकैरियोटिक। ठीक है, प्रोकैरियोटिक सैल वो सैल होंदे ने जिहड़े पुराने टाइप के होंदे ने, ते इन्हां दे विच प्रोकैरियोटिक सैल दे विच मतलब सैल दे जिहड़े अंग ने वो साफ विखाई नहीं देंदे, जिहड़े अंग ने वो साफ विखाई नहीं देंदे। ठीक है, ये इको एक सैल का जिहड़ा अंग है वह विखाई देंदा है, वो होंदे ने राइबोसोम। ठीक है, इन्हूं एक बार याद रख लो, इको एक सैल का अंग है जिहड़ा साफ विखाई देंदा है, वो होंदा राइबोसोम। ये पूछा जा सकता है। तो उस तो बाद ये एक जिहड़ा न्यूक्लियस वाला जिहड़ा हिस्सा होंदा है, न्यूक्लियस वैल डिवेलप्ड नहीं होंदा, एक चंगी तरह विकसित न्यूक्लियस नहीं होंदा। ठीक है, जिहड़ा अनडिफाइंड न्यूक्लियर रीजन होंदा उहदा नाम होंदा न्यूक्लियोइड, न्यूक्लियोइड। ते यूकैरियोटिक सैल दे विच की है सारे अंग साफ विखाई दिंदे ने। साफ दिखाई दिंदे हैं, जिन्ने भी उहदे विच अंग होंदे ने वो सारे दे सारे साफ विखाई दिंदे ने। ठीक है, तो यह जिहड़े यूकैरियोटिक सैल ने ये हुण टाइप मतलब नवे टाइप के सैल ने, ते जिहड़े प्रोकैरियोटिक सैल ने ये पुराने टाइप के सैल ने। ते इहदे विच इहदियां जे आपां एग्जांपल्स की गल करिए
ਤਾਂ ਇਹਦੇ ਵਿੱਚ ਸਾਰੇ ਦੇ ਸਾਰੇ ਬੈਕਟੀਰੀਆ, ਆਰਕੀ ਬੈਕਟੀਰੀਆ ਤੇ ਯੂ ਬੈਕਟੀਰੀਆ, ਇਹ ਸਾਰੇ ਦੇ ਸਾਰੇ ਇਸ ਕੈਟਾਗਰੀ ਵਿੱਚ ਆਉਂਦੇ ਨੇ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਨੈਕਸਟ ਆਪਣੇ ਕੋਲ ਚੱਲਦੇ ਹਾਂ ਸੈੱਲ ਦੀ ਸ਼ੇਪ। ਠੀਕ ਹੈ, ਸੈੱਲ ਕਿਸ ਦਾ ਬਣਿਆ ਹੁੰਦਾ ਹੈ? ਉਸ ਤੋਂ ਬਾਅਦ ਹੈ ਸੈੱਲ ਦਾ ਆਕਾਰ। ਤਾਂ ਸੈੱਲ ਜਿਹੜੇ ਨੇ ਅਲੱਗ-ਅਲੱਗ ਤਰ੍ਹਾਂ ਦੇ ਸੈੱਲ ਹੁੰਦੇ ਨੇ। ਸੈੱਲਾਂ ਦੇ ਵੱਖ-ਵੱਖ ਸੈੱਲ, ਠੀਕ ਹੈ, ਆਪਣੇ ਸਰੀਰ ਦੇ ਵਿੱਚ ਜਿਹੜੇ ਮਸਲ ਵਾਲੇ ਸੈੱਲ ਹੁੰਦੇ ਨੇ ਉਹ ਉਧਾਰੀ ਰਹਿਤ ਹੁੰਦੇ ਨੇ। ਜਿਹੜੇ ਲਹੂ ਕੋਸ਼ਿਕਾਵਾਂ ਮਤਲਬ ਬਲੱਡ ਸੈੱਲ ਹੁੰਦੇ ਨੇ ਤੇ ਇਹਦੇ ਵਿੱਚ ਆਰਬੀਸੀ ਹੁੰਦੇ ਨੇ ਜਿਨ੍ਹਾਂ ਵਿੱਚ ਨਿਊਕਲੀਅਸ ਨਹੀਂ ਹੁੰਦਾ। ਉਸ ਤੋਂ ਬਾਅਦ ਨਾੜੀ ਸੈੱਲ, ਆਪਣੇ ਸਰੀਰ ਦੇ ਵਿੱਚ ਨਰਵ ਸੈੱਲ ਹੁੰਦੇ ਨੇ। ਠੀਕ ਹੈ, ਆਪਣੀ ਬੋਨਸ ਦੇ ਵਿੱਚ ਸੈੱਲ ਹੁੰਦੇ ਨੇ, ਫੈਟ ਵਾਲੇ ਸੈੱਲ ਹੁੰਦੇ ਨੇ, ਸਪਰਮ ਸੈੱਲ ਹੁੰਦੇ ਨੇ ਤੇ ਐਗ ਸੈੱਲ ਹੁੰਦੇ ਨੇ। ਠੀਕ ਹੈ ਜੀ। ਤਾਂ ਥੋੜਾ ਜਿਹਾ ਇਹਦੇ ਬਾਰੇ ਡਿਟੇਲ ਆਪਾਂ ਹੋਰ ਦੱਸ ਦਿੰਦੇ ਹਾਂ। ਇਹਦੇ ਵਿੱਚੋਂ ਜਿਹੜਾ ਕੁਐਸਚਨ ਬਣ ਸਕਦਾ, ਠੀਕ ਹੈ, ਧਿਆਨ ਦਿਓ, ਕੁਐਸਚਨ ਇਹਦੇ ਵਿੱਚ ਬਣ ਸਕਦਾ ਜਿਹੜਾ ਸਭ ਤੋਂ ਵੱਡਾ ਸੈੱਲ ਹੁੰਦਾ ਹੈ ਹਿਊਮਨਸ ਦੇ ਵਿੱਚ, ਨਹੀਂ, ਇਹ ਹਿਊਮਨਸ ਤੋਂ ਬਿਨਾਂ ਦੀ ਗੱਲ ਕਰ ਰਹੀ ਹੈ, ਇਹ ਹੁੰਦਾ ਸ਼ੁਤਰਮੁਰਗ ਦਾ ਅੰਡਾ। ਜਿਹੜਾ ਸਭ ਤੋਂ ਵੱਡਾ ਸੈੱਲ ਹੁੰਦਾ ਉਹ ਹੁੰਦਾ ਸ਼ੁਤਰਮੁਰਗ ਦਾ ਅੰਡਾ। ਤੇ ਸਭ ਤੋਂ ਜਿਹੜਾ ਛੋਟਾ ਸੈੱਲ ਹੁੰਦਾ ਇਹ ਹੁੰਦਾ ਮਾਈਕੋਪਲਾਜ਼ਮਾ। ਇਹ ਸਾਰਿਆਂ ਸੈੱਲਾਂ ਦੀ ਗੱਲ ਕਰ ਰਹੀ ਹੈ, ਹਿਊਮਨ ਬੀਇੰਗਸ ਦੀ ਗੱਲ ਨਹੀਂ ਕਰੀ ਜਾ ਰਹੀ। ਇਹ ਹੁੰਦਾ ਮਾਈਕੋਪਲਾਜ਼ਮਾ ਜਾਂ ਫਿਰ ਇਹਨੂੰ PPLO ਵੀ ਲਿਖ ਦਿੰਦੇ ਨੇ। ਤੇ ਹੁਣ ਆਪਾਂ ਹਿਊਮਨਸ ਦੀ ਗੱਲ ਕਰਦੇ ਹਾਂ, ਇਨ ਹਿਊਮਨਸ। ਠੀਕ ਹੈ, ਤਾਂ ਸਭ ਤੋਂ ਵੱਡਾ ਸੈੱਲ ਜਿਹੜਾ ਹੁੰਦਾ ਉਹ ਹੁੰਦਾ ਐਗ ਸੈੱਲ, ਮਤਲਬ ਅੰਡਾਣੂ। ਠੀਕ ਹੈ, ਜਿਹੜੇ ਇਸਤਰੀਆਂ ਵਿੱਚ ਹੁੰਦੇ ਨੇ ਇਹ ਹੁੰਦੇ ਨੇ ਸਭ ਤੋਂ ਵੱਡੇ ਸੈੱਲ। ਤੇ ਸਭ ਤੋਂ ਛੋਟੇ ਜਿਹੜੇ ਹੁੰਦੇ ਨੇ ਇਹ ਸ਼ੁਕਰਾਣੂ ਹੁੰਦੇ ਨੇ, ਜਿਹੜੇ ਆਦਮੀਆਂ ਵਿੱਚ ਹੁੰਦੇ ਨੇ। ਤੇ ਸਭ ਤੋਂ ਲੰਬੇ ਜਿਹੜੇ ਸੈੱਲ ਹੁੰਦੇ ਨੇ ਉਹ ਹੁੰਦੇ ਨੇ ਨਰਵ ਸੈੱਲ। ਉਹ ਹੁੰਦੇ ਨੇ ਨਰਵ ਸੈੱਲ, ਯਾਨੀ ਕਿ ਨਾੜੀ ਸੈੱਲ। ਉਹ ਹੁੰਦੇ ਨੇ ਨਾੜੀ ਸੈੱਲ। ਤੇ ਸੈੱਲ ਨੂੰ ਆਪਾਂ ਕੋਸ਼ਿਕਾ ਵੀ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹੈ ਜਿਹੜੇ ਸੈੱਲਾਂ ਦੀ ਆਕ੍ਰਿਤੀ ਹੈ, ਜਿਹੜਾ ਉਹਨਾਂ ਦਾ ਆਕਾਰ ਹੈ, ਉਹਨਾਂ ਦੇ ਕੰਮ ਦੇ ਅਨੁਰੂਪ ਹੁੰਦਾ ਹੈ। ਜਿਵੇਂ ਜਿਵੇਂ ਉਹਨਾਂ ਦਾ ਕੰਮ ਬਦਲਦਾ ਹੈ ਉਵੇਂ ਉਵੇਂ ਉਹਨਾਂ ਦਾ ਜਿਹੜਾ ਅਲੱਗ-ਅਲੱਗ ਸੈੱਲਾਂ ਦੀ ਅਲੱਗ-ਅਲੱਗ ਸ਼ੇਪ ਤੇ ਅਲੱਗ-ਅਲੱਗ ਸਾਈਜ਼ ਹੁੰਦਾ ਹੈ। ਉਸ ਤੋਂ ਬਾਅਦ ਹੈ ਸੈੱਲ ਦੇ ਵਿੱਚ ਕੰਮ ਵੰਡ ਹੁੰਦੀ ਹੈ। ਸੈੱਲ ਦੇ ਵਿੱਚ ਡਿਵੀਜ਼ਨ ਆਫ ਲੇਬਰ ਹੁੰਦੀ ਹੈ। ਅਲੱਗ-ਅਲੱਗ ਕੰਮਾਂ ਨੂੰ ਕਰਨ ਵਾਸਤੇ ਅਲੱਗ-ਅਲੱਗ ਹਿੱਸੇ ਹੁੰਦੇ ਨੇ। ਤਾਂ ਅਸਲ ਵਿੱਚ ਹਰ ਅਜਿਹੇ ਸੈੱਲ ਵਿੱਚ ਕੁਝ ਖਾਸ ਹਿੱਸੇ ਹੁੰਦੇ ਨੇ ਜਿਨ੍ਹਾਂ ਨੂੰ ਨਿੱਕੜੇ ਅੰਗ ਕਿਹਾ ਜਾਂਦਾ ਹੈ। ਨਿੱਕੜੇ ਅੰਗ ਮਤਲਬ ਸੈੱਲ ਔਰਗਨੈਲੀ। ਸੈੱਲ ਦੇ ਵਿੱਚ ਹਰ ਇੱਕ ਚੀਜ਼ ਦਾ ਧਿਆਨ ਰੱਖਣ ਵਾਸਤੇ ਸੈੱਲ ਦੇ ਅਗਾਂਹ ਛੋਟੇ ਪਾਰਟ ਹੁੰਦੇ ਨੇ ਜਿਨ੍ਹਾਂ ਨੂੰ ਕੀ ਕਹਿੰਦੇ ਆ, ਸੈੱਲ ਔਰਗਨੈਲੀ। ਤੇ ਹਰ ਇੱਕ ਨਿੱਕੜਾ ਅੰਗ, ਹਰ ਇੱਕ ਔਰਗਨੈਲੀ ਇੱਕ ਵਿਸ਼ੇਸ਼ ਕੰਮ ਕਰਦੀ ਹੈ, ਜਿਹਦੇ ਵਿੱਚ ਨਵੇਂ ਪਦਾਰਥਾਂ ਦਾ ਨਿਰਮਾਣ, ਵਾਧੂ ਪਦਾਰਥਾਂ ਦਾ ਨਿਕਾਸ, ਇਹ ਸਾਰੇ ਕੰਮ ਕਰੇ ਜਾਂਦੇ ਨੇ। ਠੀਕ ਹੈ, ਸੈੱਲ ਕਿਸ ਦਾ ਬਣਿਆ ਹੁੰਦਾ ਹੈ? ਤਾਂ ਸੈੱਲ ਜਿਹੜਾ ਹੁੰਦਾ ਹੈ, ਸੈੱਲ ਦਾ ਰਚਨਾਤਮਕ ਸੰਗਠਨ, ਸੈੱਲ ਕਿਸ ਦਾ ਬਣਿਆ ਹੁੰਦਾ? ਅਸੀਂ ਦੇਖਿਆ ਸੈੱਲ ਵਿੱਚ ਵਿਸ਼ੇਸ਼ ਘਟਕ ਹੁੰਦੇ ਆ ਜਿਨ੍ਹਾਂ ਨੂੰ ਨਿੱਕੜੇ ਅੰਗ ਕਿਹਾ ਜਾਂਦਾ ਹੈ। ਤੇ ਜਦੋਂ ਅਸੀਂ ਸੈੱਲ ਦਾ ਅਧਿਐਨ ਸੂਖਮਦਰਸ਼ੀ ਦੇ ਥੱਲੇ ਕਰਦੇ ਹਾਂ ਤਾਂ ਸੈੱਲ ਦੇ ਮੇਨ 3 ਭਾਗ ਆਪਾਂ ਨੂੰ ਵਿਖਦੇ ਨੇ। ਇੱਕ ਜਿਹੜੇ 3 ਭਾਗ ਕਿਹੜੇ ਕਿਹੜੇ ਨੇ? ਪਹਿਲਾ ਭਾਗ ਹੈ ਪਲਾਜ਼ਮਾ ਮੈਂਬਰੇਨ। ਫਸਟ ਪਾਰਟ ਇਜ਼ ਪਲਾਜ਼ਮਾ ਮੈਂਬਰੇਨ। ਸੈਕਿੰਡ ਕੇਂਦਰਕ ਮਤਲਬ ਨਿਊਕਲੀਅਸ। ਆਹ ਉਹਦਾ ਕੀ ਹੈ? ਦੂਜਾ ਪਾਰਟ ਹੈ। ਕਿਹੜਾ ਪਾਰਟ ਹੈ? ਨਿਊਕਲੀਅਸ। ਤੇ ਤੀਜਾ ਪਾਰਟ ਆਪਣੇ ਕੋਲ ਸੈੱਲ ਦ੍ਰਵ ਮਤਲਬ ਸਾਈਟੋਪਲਾਜ਼ਮ। ਠੀਕ ਹੈ ਜੀ, ਇਹ 3 ਮੇਨ ਹਿੱਸੇ ਹੁੰਦੇ ਨੇ। ਇਹ ਆਪਾਂ ਨੂੰ ਕੰਪਾਊਂਡ ਮਾਈਕਰੋਸਕੋਪ ਨਾਲ ਵਿਖਾਈ ਦੇ ਸਕਦੇ ਨੇ। ਠੀਕ ਹੈ, ਉਸ ਤੋਂ ਬਾਅਦ ਸੈੱਲ ਦੇ ਵਿੱਚ ਅੱਗੇ ਛੋਟੇ ਹੋਰ ਪਾਰਟ ਹੁੰਦੇ ਨੇ ਜਿਹੜੇ ਸਿਰਫ ਇਲੈਕਟ੍ਰੋਨ ਮਾਈਕਰੋਸਕੋਪ ਨਾਲ ਵੇਖੇ ਜਾ ਸਕਦੇ ਨੇ। ਤਾਂ ਸਭ ਤੋਂ ਪਹਿਲੀ ਹੈ ਸੈੱਲ ਨੂੰ ਆਪਾਂ ਬਣਾਉਂਦੇ ਹਾਂ ਤਾਂ ਸੈੱਲ ਇਵੇਂ ਰੈਂਡਮ ਸ਼ੇਪ ਦਾ ਬਣਦਾ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਆਹ ਸੈੱਲ ਦੇ ਵਿੱਚ ਦਾ ਇਵੇਂ ਦਾ ਪਾਰਟ ਹੁੰਦਾ ਤੇ ਆਹ ਜਿਹੜਾ ਵਿੱਚ ਵਾਲਾ ਹਿੱਸਾ ਹੁੰਦਾ ਹੈ
ठीक है। तो जिहड़ी आह बाहरले पासे ते लेयर हुंदी है, यह हुंदी प्लाज्मा झिल्ली, यह हुंदी अपने कोल प्लाज्मा झिल्ली। ते आह जिहड़ा विचला पार्ट है, जिहड़ा एक लिक्विड टाइप मटीरियल हुंदा है, ठीक है, यह हुंदा है साइटोप्लाज्म। ते जिहड़ा आह हुंदा है, यह हुंदा न्यूक्लियस। एक टिपिकल सैल, एक नॉर्मल सैल इवें बनाया जाता है, चाहे वो प्लांट सैल होवे, चाहे वो एनीमल सैल होवे, ठीक है जी। तो यह सैल के मेन 3 पार्ट ने। हुण प्लाज्मा मैंबरेन की हुंदी है, यह सैल की सब तो बाहर वाली परत है, तो यह सैल के घटकों को बाहरली वातावरण तो वख करती है। सैल के विच जो कुछ है, इनू बाहरों अंदर ते अंदरों बाहर आने तो रोकती है, ठीक है। यही सैल के अंदर या बाहर आन जान दिंदी है, कुछ पदार्थों को अंदर ते कुछ नूं बाहर जान दिंदी है, तां करके इनू गेटवे ऑफ सैल भी कह दिंदे ने, ठीक है। इस सैल झिल्ली नूं सिंपल झिल्ली मैंबरेन भी कह दिंदे आ, ठीक है। उस तो बाद ਇਹਦੇ ਵਿੱਚ ਚੀਜ਼ਾਂ ਅੰਦਰ ਕਿਵੇਂ ਆਉਂਦੀਆਂ ਨੇ, ਕੁਝ ਪਦਾਰਥ ਜਿਵੇਂ ਕਾਰਬਨ ਡਾਈਆਕਸਾਈਡ ਜਾਂ ਆਕਸੀਜਨ ਨੇ, ਉਹ ਆਰ ਪਾਰ ਪ੍ਰਸਰਣ ਵਿਧੀ ਰਾਹੀਂ ਜਾਂਦੇ ਨੇ। ਪ੍ਰਸਰਣ ਦਾ ਮਤਲਬ ਹੁੰਦਾ ਡਿਫਿਊਜ਼ਨ, ठीक है। तो हुण जे क्वेश्चन ये पूछ लिया जाए भी ऑक्सीजन ते कार्बन डाइऑक्साइड सैल के अंदर बाहर किहड़े मैथड नाल जांदे ने, तां डिफ्यूजन दे नाल, ठीक है। तो उस तो बाद जेकर पानी ने अंदर जाना तो वह किहड़ी प्रोसैस दे नाल जाएगा, ओसमोसिस। किहड़े मैथड दे नाल? प्रसरण मैथड दे नाल, ठीक है। सैल के अंदर ऑक्सीजन ते कार्बन डाइऑक्साइड किहड़े मैथड नाल जांदे ने? डिफ्यूजन दे नाल। ते पानी किहड़े मैथड दे नाल जांदा है? ओसमोसिस दे नाल, ठीक है। हुण ओसमोसिस का मतलब होंदा है प्रसरण, ते इहदे विच की होंदा है जदों किसी भी सॉल्वेंट दे पार्टिकल, किसी भी सॉल्वेंट दे पार्टिकल जिहड़े ने वो एक पासे तो दूजे पासे वाली साइड मूव करते हैं, तो उस प्रोसैस नूं, उस मूवमेंट नूं आपां की कहंदे आ? ओसमोसिस कहंदे आ, ठीक है। तो ओसमोसिस दे विच, ओसमोसिस की प्रक्रिया दे विच आपां नूं की पढ़ाया जाता है? जदों ओसमोसिस हुंदी है तो 2 तरह के सोल्यूशन होंदे ने, मतलब जिहड़ा पानी है वो आपदी ज़्यादा घनता तो घट वाली पासे मूव करता है, ज़्यादा घनता तो घट घनता वल जाता है, तो उस चीज़ नूं की कहंदे ने? ओसमोसिस, ठीक है। तो इवें की है जदों आपां सैल नूं किसी इहो जिहे सोल्यूशन दे विच रख देवांगे जिथे बाहर पानी ज़्यादा है, जे बाहर पानी ज़्यादा होवेगा, जिहड़े सोल्यूशन दे विच पानी ज़्यादा होवे उस सोल्यूशन नूं हाइपोटोनिक सोल्यूशन कहंदे ने। उस सोल्यूशन नूं जिहदे विच पानी ज़्यादा होवे उहनूं हाइपोटोनिक कहंदे ने, ठीक है। मतलब हाइपोटोनिक का मतलब हुंदा है ज़्यादा पानी, ते हाइपरटोनिक का मतलब हुंदा है घट पानी। तो पानी जिहड़ा है हमेशा ही आपां नूं पता है ज़्यादा तो घट वाले पासे मूव करेगा, तो ओसमोसिस दे विच पानी हाइपोटोनिक तो हाइपरटोनिक वाली साइड मूव करता है। तो जदों पानी मतलब आपां सैल नूं किसी इहो जिहे सोल्यूशन दे विच रख दिंदे आ जिहड़ा ज़्यादा गाढ़ा है, जे वो ज़्यादा गाढ़ा है तो पानी घट होएगा, तो जे बाहर पानी घट होएगा तो सैल की है? फुलन लग जाएगा। जिहड़ा सैल है वो अपने कोल की है? फुलन लग जाएगा, ठीक है। तो जेकर दोवां दे विच पानी का वहा नहीं हो रहा तो उन्होंने सम परस्परी घोल कहते हैं, मतलब आइसोटोनिक। तो 3 तरह के अपने को सोल्यूशन होंगे ने, हाइपोटोनिक, हाइपो, हाइपर ते आइसो, मतलब बराबर मात्रा दे विच होवे, ठीक है जी। तो ओसमोसिस दे विच की हुंदा है जिहड़ा पानी है वो आपदी ज़्यादा कंसनट्रेशन तो घट कंसनट्रेशन वाली पासे तुरदा है, ठीक है। तो प्रसरण ओसमोसिस एक इहो जी प्रोसैस है, इस दे वहा लई एक खास किस्म की चुननयोग मुसामदार, मतलब सिलैक्टिव परमीएबल मैंबरेन चाहिदी है, तां आपां नूं की है? प्रसरण हो सकती है, ठीक है। पानी भी प्रसरण क्रिया के नियमानुसार व्यवहार करता है, जिहड़ा पानी है उहदी भी जिहड़ी मूवमेंट है ओसमोसिस के थ्रू होंदी है, तो पानी हमेशा ही किधरों किधर मूव करता है, ठीक है।
ਹਾਈਪੋਟੋਨਿਕ ਤੋਂ ਹਾਈਪਰਟੋਨਿਕ ਵੱਲ। ਤਾਂ ਇਹਦੇ ਵਿੱਚ ਕੀ ਹੈ, ਇੱਕ ਉਹਨਾਂ ਨੇ ਕਿਰਿਆ ਲਈ ਹੈ, ਠੀਕ ਹੈ, ਕਿਰਿਆਵਾਂ ਕਈ ਵਾਰੀ ਪੁੱਛੀਆਂ ਜਾ ਸਕਦੀਆਂ ਨੇ। ਉਹਨਾਂ ਨੇ ਆਂਡੇ ਨੂੰ ਹਾਈਡਰੋਕਲੋਰਿਕ ਸੋਲਿਊਸ਼ਨ ਦੇ ਪਤਲੇ ਘੋਲ ਵਿੱਚ ਰੱਖ ਦਿੱਤਾ, ਠੀਕ ਹੈ। ਉਹਦੇ ਨਾਲ ਕੀ ਹੋਇਆ, ਉਹਦੇ ਉੱਪਰ ਵਾਲੀ ਕੈਲਸ਼ੀਅਮ ਕਾਰਬੋਨੇਟ ਦੀ ਜਿਹੜੀ ਲੇਅਰ ਹੈ ਉਹ ਡਿਜ਼ੋਲਵ ਹੋ ਗਈ, ਤਾਂ ਉਹਦੇ ਉੱਪਰ ਇੱਕ ਪਲਾਜ਼ਮਾ ਮੈਂਬਰੇਨ ਆ ਗਈ, ਤਾਂ ਉਹ ਇੱਕ ਸਿਲੈਕਟਿਵ ਪਰਮੀਏਬਲ ਮੈਂਬਰੇਨ ਦਾ ਕੰਮ ਕਰੇਗੀ। ਤੇ ਇਸ ਤੋਂ ਬਾਅਦ ਉਹਨਾਂ ਨੇ ਸ਼ੁੱਧ ਪਾਣੀ ਵਿੱਚ ਰੱਖਿਆ। ਹੁਣ ਪਾਣੀ ਵਿੱਚ ਰੱਖਾਂਗੇ ਤਾਂ ਪਾਣੀ ਦੇ ਵਿੱਚ ਪਾਣੀ ਦਾ ਅਮਾਊਂਟ ਜ਼ਿਆਦਾ ਹੋਏਗਾ, ਠੀਕ ਹੈ। ਤਾਂ ਜਿਹੜਾ ਜਦੋਂ ਆਪਾਂ ਆਂਡੇ ਨੂੰ ਪਾਣੀ ਦੇ ਵਿੱਚ ਰੱਖਾਂਗੇ, ਠੀਕ ਹੈ, ਤਾਂ ਬਾਹਰ ਜੇਕਰ ਪਾਣੀ ਜ਼ਿਆਦਾ ਹੈ ਤਾਂ ਜਿਹੜਾ ਆਂਡਾ ਹੈ ਉਹ ਥੋੜੀ ਦੇਰ ਬਾਅਦ ਕੀ ਹੋਏਗਾ, ਫੁੱਲ ਜਾਵੇਗਾ। ਆਂਡਾ ਜਿਹੜਾ ਥੋੜੀ ਦੇਰ ਬਾਅਦ ਕੀ ਹੈ, ਫੁੱਲ ਜਾਵੇਗਾ। ਆਂਡਾ ਜਿਹੜਾ ਹੈ ਉਹ ਇਸ ਸ਼ੇਪ ਵਿੱਚ ਆ ਜਾਏਗਾ। ਕਿਉਂ? ਕਿਉਂਕਿ ਬਾਹਰ ਪਾਣੀ ਜ਼ਿਆਦਾ ਹੈ। ਤੇ ਜੇ ਉਸੇ ਆਂਡੇ ਨੂੰ ਆਪਾਂ ਚੱਕ ਕੇ ਸਾਲਟ ਸੋਲਿਊਸ਼ਨ ਦੇ ਵਿੱਚ ਰੱਖਦੇ ਹਾਂ, ਉਸੇ ਨੂੰ ਹੀ ਚੱਕ ਕੇ ਆਪਾਂ ਸਾਲਟ ਸੋਲਿਊਸ਼ਨ ਦੇ ਵਿੱਚ ਰੱਖਦੇ ਹਾਂ, ਤਾਂ ਉਹ ਜਿਹੜਾ ਸੈੱਲ ਹੈ ਉਹ ਸ਼ਰਿੰਕ ਕਰ ਜਾਏਗਾ, ਕਿਉਂਕਿ ਪਾਣੀ ਫਿਰ ਕੀ ਹੈ, ਬਾਹਰ ਜਾਏਗਾ, ਠੀਕ ਹੈ ਜੀ। ਫਿਰ ਪਾਣੀ ਕੀ ਹੈ, ਬਾਹਰ ਜਾਏਗਾ। ਉਸ ਤੋਂ ਬਾਅਦ ਹੈ, ਜੇ ਪਲਾਜ਼ਮਾ झिल्ली ਦੀ ਗੱਲ ਕਰੀਏ ਤਾਂ ਜਿਹੜੀ ਪਲਾਜ਼ਮਾ झिल्ली ਹੈ ਉਹ ਲਚਕੀਲੀ ਹੁੰਦੀ ਹੈ, ਮਤਲਬ ਇਲਾਸਟਿਕ ਹੁੰਦੀ ਹੈ, ਠੀਕ ਹੈ। ਕਾਰਬਨਿਕ ਪਦਾਰਥਾਂ ਜਿਵੇਂ ਚਰਬੀ ਅਤੇ ਪ੍ਰੋਟੀਨ ਦੀ ਬਣੀ ਹੁੰਦੀ ਹੈ। ਇਹ ਜਿਹੜੀ ਚੀਜ਼ ਦੀ ਬਣੀ ਹੁੰਦੀ ਉਹਨੂੰ ਕਹਿੰਦੇ ਨੇ ਫੋਸਫੋਲਿਪਿਡਸ। ਜਿਹੜੀ ਪਲਾਜ਼ਮਾ ਮੈਂਬਰੇਨ ਹੈ ਉਹ ਫੋਸਫੋਲਿਪਿਡਸ ਦੀ ਬਣੀ ਹੁੰਦੀ ਹੈ। ਤੇ ਸੈੱਲ झिल्ली ਦਾ ਫਲੈਕਸੀਬਿਲਿਟੀ ਹੈ, ਜਿਹੜੀ ਇੱਕ ਸੈੱਲੀ ਜੀਵਾਂ ਤੋਂ ਆਪਣਾ ਜਿਹੜਾ ਇੱਕ ਸੈੱਲੀ ਜੀਵ ਆਪਦਾ ਭੋਜਨ ਲੈ ਸਕਦੇ ਨੇ। ਤੇ ਜਦੋਂ ਸੈੱਲ ਦੇ ਅੰਦਰ ਕੋਈ ਚੀਜ਼ ਜਾਂਦੀ ਹੈ ਤਾਂ ਉਸ ਪ੍ਰੋਸੈਸ ਨੂੰ ਕਹਿੰਦੇ ਨੇ ਐਂਡੋਸਾਈਟੋਸਿਸ, ਅੰਤਰ ਗ੍ਰਹਿਣ। ਆਹ ਰਾਜੇ ਟਰਮਸ ਬੜੀਆਂ ਇੰਪੋਰਟੈਂਟ ਨੇ, ਇਹ ਜ਼ਰੂਰ ਯਾਦ ਰੱਖ ਲਓ ਜੀ। ਐਂਡੋਸਾਈਟੋਸਿਸ ਮਤਲਬ ਸੈੱਲ ਦੇ ਕੋਈ ਚੀਜ਼ ਅੰਦਰ ਜਾ ਰਹੀ ਹੈ, ਠੀਕ ਹੈ। ਤੇ ਜੇ ਐਵੇਂ ਹੀ ਆ ਜਾਵੇ ਐਗਜ਼ੋਸਾਈਟੋਸਿਸ ਦਾ ਮਤਲਬ ਸੈੱਲ ਕਿਸੇ ਚੀਜ਼ ਨੂੰ ਬਾਹਰ ਕੱਢ ਰਿਹਾ, ਕੋਈ ਚੀਜ਼ ਬਾਹਰ ਆ ਰਹੀ ਹੈ, ਠੀਕ ਹੈ, ਕੋਈ ਚੀਜ਼ ਬਾਹਰ ਆ ਰਹੀ ਹੈ, ਤਾਂ ਉਸ ਪ੍ਰੋਸੈਸ ਨੂੰ ਆਪਾਂ ਕੀ ਕਹਾਂਗੇ, ਐਗਜ਼ੋਸਾਈਟੋਸਿਸ। ਉਸ ਪ੍ਰੋਸੈਸ ਨੂੰ ਆਪਾਂ ਕੀ ਕਹਾਂਗੇ, ਐਗਜ਼ੋਸਾਈਟੋਸਿਸ, ਠੀਕ ਹੈ। ਤੇ ਐਂਡੋ ਦੇ ਵਿੱਚ ਵੀ ਅੱਗੇ ਦੋ ਤਰੀਕੇ ਹੁੰਦੇ ਨੇ, ਇੱਕ ਪੋਟੋਸਾਈਟੋਸਿਸ ਹੁੰਦਾ ਹੈ, ਇੱਕ ਫਾਈਟੋਸਾਈਟੋਸਿਸ। ਪੋਟੋ ਦਾ ਮਤਲਬ ਹੈ ਸੈੱਲ ਕਿਸੇ ਚੀਜ਼ ਲਿਕੁਇਡ ਨੂੰ ਅੰਦਰ ਲਿਜਾ ਰਿਹਾ, ਤੇ ਫੈਗੋ ਦੇ ਵਿੱਚ ਹੁੰਦਾ ਹੈ ਸੈੱਲ ਕਿਸੇ ਚੀਜ਼ ਨੂੰ ਮਤਲਬ ਜਿਵੇਂ ਕਿਸੇ ਸੋਲਿਡ ਚੀਜ਼ ਨੂੰ ਅੰਦਰ ਲਿਜਾ ਰਿਹਾ, ਠੀਕ ਹੈ। ਉਸ ਤੋਂ ਬਾਅਦ ਹੈ ਇੱਕ ਟਰਮ ਹੋਰ ਹੁੰਦੀ ਹੈ ਸੈੱਲ ਵਾਲ। ਹੁਣ ਸੈੱਲ ਵਾਲ ਕੀ ਹੁੰਦੀ ਹੈ, ਸਿਰਫ ਪੌਦਿਆਂ ਵਿੱਚ ਹੁੰਦੀ ਹੈ, ਕਿਉਂਕਿ ਜਿਹੜੇ ਪੌਦੇ ਦੀ ਬਾਹਰਲੀ ਜਿਹੜੀ ਚਮੜੀ ਹੈ ਉਹ ਕੀ ਹੁੰਦੀ ਹੈ, ਜ਼ਿਆਦਾ ਸਖਤ ਹੁੰਦੀ ਹੈ, ਤਾਂ ਉਹਨਾਂ ਦੇ ਸੈੱਲ ਦੇ ਬਾਹਰਲੇ ਪਾਸੇ ਇੱਕ ਸਪੈਸ਼ਲ ਮੈਂਬਰੇਨ ਹੁੰਦੀ ਹੈ, ਉਹਨੂੰ ਸੈੱਲ ਵਾਲ ਵੀ ਕਹਿੰਦੇ ਨੇ। ਤੇ ਆਹ ਬੜਾ ਮੋਸਟ ਇੰਪੋਰਟੈਂਟ, ਜਿਹੜੀ ਸੈੱਲ ਵਾਲ ਹੈ ਕਾਦੀ ਬਣੀ ਹੁੰਦੀ, ਸੈਲੂਲੋਜ਼ ਦੀ ਬਣੀ ਹੁੰਦੀ। ਸੈੱਲ ਵਾਲ ਕਾਦੀ ਬਣੀ ਹੁੰਦੀ ਹੈ, ਸੈਲੂਲੋਜ਼ ਦੀ ਬਣੀ ਹੁੰਦੀ ਹੈ। ਸੈੱਲ ਵਾਲ ਕਾਦੀ ਬਣੀ ਹੁੰਦੀ, ਸੈਲੂਲੋਜ਼ ਦੀ। ਤੇ ਇੱਕ ਇਹ ਕੰਪਲੈਕਸ ਪਦਾਰਥ ਹੈ ਤੇ ਆਪਣੀ ਬੋਡੀ ਵੀ ਇਹਨੂੰ ਡਾਈਜੈਸਟ ਨਹੀਂ ਕਰ ਸਕਦੀ। ਹੁਣ ਜਦੋਂ ਕਿਸੇ ਪੌਦੇ ਸੈੱਲ ਦੇ ਵਿੱਚੋਂ, ਕਿਸੇ ਵੀ ਪੌਦੇ ਸੈੱਲ ਦੇ ਵਿੱਚੋਂ ਓਸਮੋਸਿਸ ਵਿਧੀ ਦੇ ਰਾਹੀਂ ਪਾਣੀ ਨਿਕਲ ਜਾਂਦਾ ਹੈ, ਠੀਕ ਹੈ, ਤਾਂ ਉਸ ਘਟਨਾ ਨੂੰ ਪਲਾਜ਼ਮੋਲਿਸਿਸ ਕਹਿੰਦੇ ਨੇ। ਜਦੋਂ ਵੀ ਕਿਸੇ ਪੌਦੇ ਸੈੱਲ ਦੇ ਵਿੱਚੋਂ ਪ੍ਰਸਰਣ ਵਿਧੀ ਰਾਹੀਂ ਪਾਣੀ ਨਿਕਲ ਜਾਂਦਾ ਹੈ ਤਾਂ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਨੇ, ਪਲਾਜ਼ਮੋਲਿਸਿਸ। ਉਸ ਪ੍ਰੋਸੈਸ ਨੂੰ ਕੀ ਕਹਿੰਦੇ ਨੇ, ਪਲਾਜ਼ਮੋਲਿਸਿਸ, ਠੀਕ ਹੈ ਜੀ। ਤਾਂ ਇਹ ਸੀ ਆਪਣੇ ਕੋਲ ਸੈੱਲ ਦੇ ਸੈੱਲ ਮੈਂਬਰੇਨ ਤੇ ਸੈੱਲ ਵਾਲ, ਠੀਕ ਹੈ ਜੀ। ਇਸ ਤੋਂ ਬਾਅਦ ਨੈਕਸਟ ਆਪਣੇ ਕੋਲ ਜਿਹੜਾ ਪਾਰਟ ਹੈ ਸੈੱਲ ਦਾ, ਸੈੱਲ ਦਾ ਨਿਊਕਲੀਅਸ, ਠੀਕ ਹੈ। ਸੈੱਲ ਦਾ ਨਿਊਕਲੀਅਸ, ਇਹਨੂੰ ਆਪਾਂ ਬ੍ਰੇਨ ਆਫ ਸੈੱਲ ਵੀ ਕਹਿ ਦਿੰਦੇ ਨੇ। ਸੈੱਲ ਦੀਆਂ ਸਾਰੀਆਂ ਕਿਰਿਆਵਾਂ ਨੂੰ ਇਹ ਕੰਟਰੋਲ ਕਰਦਾ ਹੈ। ਤੇ ਇਹ ਡਿਸਕਵਰ ਕਿਹਨੇ ਕਰਿਆ ਸੀ, ਰੋਬਰਟ ਬਰਾਊਨ ਨੇ। ਕਿਹਨੇ ਡਿਸਕਵਰ ਕਰਿਆ ਸੀ, ਰੋਬਰਟ ਬਰਾਊਨ ਨੇ। ਬੀ ਫॉर ਬਰਾਊਨ ਤੇ ਬੀ ਫॉर ਬ੍ਰੇਨ। ਤੇ ਜਿਹੜਾ ਸੈੱਲ ਦਾ ਨਿਊਕਲੀਅਸ ਹੈ ਉਹ ਇੱਕ ਡਬਲ ਮੈਂਬਰੇਨ, ਦੋਹਰੀ झिल्ली ਹੈ, ਠੀਕ ਹੈ। ਹੁਣ ਪੁੱਛ ਲਿਆ ਜਾਂਦਾ ਕਈ ਵਾਰੀ ਵੀ ਕਿਹੜੀ ਆਰਗੇਨੈਲੀ ਨੇ ਜਿਹੜੀਆਂ ਡਬਲ ਮੈਂਬਰੇਨ ਬਾਉਂਡਡ ਹੁੰਦੀਆਂ ਨੇ, ਤਾਂ ਡਬਲ ਮੈਂਬਰੇਨ ਬਾਉਂਡਡ ਆਰਗੇਨੈਲੀ ਕਿਹੜੀਆਂ ਨੇ, ਕੇਂਦਰਕ, ਯਾਨੀ ਕਿ ਨਿਊਕਲੀਅਸ ਸੈੱਲ ਦਾ, ਠੀਕ ਹੈ। ਉਸ ਤੋਂ ਬਾਅਦ ਹੈ ਸੈੱਲ ਦੇ ਕੇਂਦਰਕ ਦੇ ਵਿੱਚ ਕ੍ਰੋਮੋਜ਼ੋਮ ਹੁੰਦੇ ਨੇ, ਤੇ ਇਹਨਾਂ ਵਿੱਚ ਵਿਭਾਜਨ ਸਮੇਂ ਛੜਾਂ ਵਰਗੇ ਦਿਖਾਈ ਦਿੰਦੇ ਹਨ। ਤੇ ਇਹ ਜਿਹੜੇ ਕ੍ਰੋਮੋਜ਼ੋਮ ਨੇ, ਇਹਨਾਂ ਦੇ ਜਿਹੜੇ ਗੁਣ ਸੂਤਰ ਨੇ, ਇਹਨਾਂ ਦੇ ਵਿੱਚ ਆਪਣਾ DNA ਹੁੰਦਾ ਹੈ। DNA ਦੀ ਫੁੱਲ ਫਾਰਮ ਡੀਆਕਸੀ ਨਿਊਕਲਿਕ ਐਸਿਡ, ਡੀਆਕਸੀ ਰਾਈਬੋ ਨਿਊਕਲਿਕ ਐਸਿਡ। ਇਹਦੇ ਵਿੱਚ ਸਾਰੀ ਆਪਣੀ ਜੈਨੇਟਿਕ ਇਨਫੋਰਮੇਸ਼ਨ ਹੁੰਦੀ ਹੈ। ਤੇ DNA ਦੇ ਕਿਰਿਆਤਮਕ ਭਾਗ ਨੂੰ ਜੀਨ ਕਹਿੰਦੇ ਨੇ, ਠੀਕ ਹੈ। DNA ਦੇ ਵਿੱਚ ਉਹ ਵਾਲਾ ਭਾਗ ਜਿਹਦਾ, ਉਹਨੂੰ ਆਪਾਂ ਜੀਨ ਕਹਿੰਦੇ, ਜਿਹੜਾ ਕੰਮ ਕਰਦਾ, ਉਹਨੂੰ ਆਪਾਂ ਕੀ ਕਹਿੰਦੇ ਆ, ਜੀਨ।
ਤੇ ਇਹਦੇ ਵਿੱਚ क्रोमैटिन पदार्थ वर्गियां रचनावां ਦਾ ਇੱਕ ਜਾਲ ਹੁੰਦਾ ਜਦੋਂ ਸੈੱਲ ਵੰਡ ਹੁੰਦੀ ਤੇ क्रोमैटिन पदार्थ ਜਿਹੜੇ ਨੇ ਗੁਣਸੂਤਰਾਂ ਵਿੱਚ ਬਦਲ ਜਾਂਦੇ ਨੇ। ਠੀਕ ਹੈ, ਜੀਨਸ ਦੇ ਵਿੱਚ ਅਗਾਂ क्रोमैटिन फाइबर्स ਹੁੰਦੇ ਨੇ। ਜਦੋਂ ਆਪਾਂ ਜੀਨ ਨੂੰ ਖੋਲਦੇ ਹਾਂ, ठीक है जी, ਤਾਂ ਹੁਣ ਇੱਕ ਚੀਜ਼ ਹੋਰ, ਜਦੋਂ ਆਪਾਂ ਨਿਊਕਲੀਅਸ ਪੜ੍ਹਦੇ ਹਾਂ ਤਾਂ ਨਿਊਕਲੀਅਸ ਦੇ ਵਿੱਚ ਜਿਹੜਾ ਲਿਕੁਇਡ ਪ੍ਰੈਜ਼ੈਂਟ ਹੁੰਦਾ ਉਹਨੂੰ ਕਹਿੰਦੇ ਨੇ ਨਿਊਕਲੀਓਪਲਾਜ਼ਮ। ਉਹਨੂੰ ਕਹਿੰਦੇ ਨੇ ਨਿਊਕਲੀਓਪਲਾਜ਼ਮ, ਜਿਹੜਾ ਨਿਊਕਲੀਅਸ ਦੇ ਵਿੱਚ। ਤੇ ਨਿਊਕਲੀਓਪਲਾਜ਼ਮ ਤੇ ਸਾਈਟੋਪਲਾਜ਼ਮ ਨੂੰ ਰਲਾ ਕੇ ਇੱਕ ਨਵੀਂ ਟਰਮ ਬਣਾਈ ਜਾਂਦੀ ਹੈ, ਉਹਦਾ ਨਾਮ ਹੁੰਦਾ ਪ੍ਰੋਟੋਪਲਾਜ਼ਮ। ਉਹਨੂੰ ਕੀ ਕਹਿੰਦੇ ਨੇ? ਪ੍ਰੋਟੋਪਲਾਜ਼ਮ। ਤੇ ਜਿਹੜਾ ਸੈੱਲ ਦੀ ਜਨਨ, ਸੈੱਲ ਦੀ ਰੀਪਰੋਡਕਸ਼ਨ ਹੁੰਦੀ ਹੈ, ਉਹਦੇ ਵਿੱਚ ਸੈੱਲ ਦੇ ਕੇਂਦਰਕ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ। ਤੇ ਰਾਜੇ ਤੁਸੀਂ ਨਾਲ ਦੀ ਨਾਲ ਇਹਦੇ ਵਾਸਤੇ 9th ਦੀ ਬਾਇਓ ਦੀ ਬੁੱਕ ਨੂੰ ਪੈਰਲਲ ਪੜ੍ਹ ਸਕਦੇ ਹੋ, ਉਹ ਤੁਹਾਡੇ ਵਾਸਤੇ ਬੜੀ ਬੈਨੀਫਿਸ਼ੀਅਲ ਹੋਏਗੀ। ਜੇ ਸਾਰੀ ਨਹੀਂ ਪੜ੍ਹ ਸਕਦੇ ਤਾਂ ਜੋ ਜੋ ਟਰਮਸ ਬੁੱਕ ਦੇ ਵਿੱਚ ਮੈਂ ਟਿਕ ਕਰਵਾ ਰਿਹਾ ਉਹ ਵਾਲੀਆਂ ਟਰਮਸ ਜ਼ਰੂਰ ਪੜ੍ਹ ਲਿਓ ਜੀ, ਉਹ ਵਾਲੀਆਂ ਟਰਮਸ ਜ਼ਰੂਰ ਪੜ੍ਹ ਲਿਓ ਜੀ। ਠੀਕ ਹੈ, ਜਿਹੜਾ ਸੈੱਲ ਪਦਾਰਥ ਹੈ ਤੇ ਕੇਂਦਰਕ ਹੈ, ਦੋਵੇਂ ਰਲ ਕੇ ਜਿਹੜਾ ਪਦਾਰਥ ਬਣਾਉਂਦੇ ਉਹਨੂੰ ਕਹਿੰਦੇ ਜੀਵ ਦਰਵ, ਮਤਲਬ ਪ੍ਰੋਟੋਪਲਾਜ਼ਮ। ਠੀਕ ਹੈ, ਇੱਕ ਹੁੰਦਾ ਸੈੱਲ ਦਰਵ ਤੇ ਇੱਕ ਹੁੰਦਾ ਜੀਵ ਦਰਵ। ਸੈੱਲ ਦਰਵ ਸਾਈਟੋਪਲਾਜ਼ਮ ਹੁੰਦਾ ਤੇ ਜੀਵ ਦਰਵ ਕੀ ਹੁੰਦਾ? ਪ੍ਰੋਟੋਪਲਾਜ਼ਮ। ਤੇ ਪ੍ਰੋਟੋਪਲਾਜ਼ਮ ਨੂੰ ਫਿਜ਼ੀਕਲ ਬੇਸਿਸ ਆਫ ਲਾਈਫ ਵੀ ਕਹਿ ਦਿੰਦੇ ਨੇ। ਫਿਜ਼ੀਕਲ ਬੇਸਿਸ ਆਫ ਲਾਈਫ ਮਤਲਬ ਜੀਵਨ ਦਾ ਭੌਤਿਕ ਆਧਾਰ। ਜੇ ਪੇਪਰ ਵਿੱਚ ਤੁਹਾਨੂੰ ਇਹ ਪੁੱਛ ਲਿਆ ਜਾਵੇ ਜੀਵਨ ਦਾ ਭੌਤਿਕ ਆਧਾਰ ਕਿਹੜਾ ਹੈ ਤਾਂ ਆਪਾਂ ਕੀ ਲਿਖਾਂਗੇ? ਪ੍ਰੋਟੋਪਲਾਜ਼ਮ। ਉਸ ਤੋਂ ਬਾਅਦ ਹੈ ਸੈੱਲ ਦੇ ਅੰਦਰ ਦਾ ਜਿਹੜਾ ਪਾਰਟ ਹੈ ਉਹਨੂੰ ਨਿਊਕਲੀਓਲਸ। ਸੈੱਲ ਦੇ ਵਿੱਚ ਜਿਹੜੇ ਦੋ ਪਾਰਟ ਨੇ ਉਹਨੂੰ ਕੀ ਕਹਿੰਦੇ ਨੇ? ਮਤਲਬ ਸੈੱਲ ਦੇ ਵਿੱਚ ਜਿਹੜਾ ਲਿਕੁਇਡ ਹੁੰਦਾ ਉਹ ਕੀ ਹੁੰਦਾ? ਨਿਊਕਲੀਓਪਲਾਜ਼ਮ। ਤੇ ਨਿਊਕਲੀਓਪਲਾਜ਼ਮ ਦੇ ਵਿੱਚ ਦੋ ਪਾਰਟ ਹੁੰਦੇ ਨੇ, ਇੱਕ ਨਿਊਕਲੀਓਲਸ ਤੇ ਇੱਕ क्रोमैटिन फाइबर। ठीक है, वो कहते ਜਿਹੜਾ ਸੈੱਲ ਦੇ ਨਭ ਕੀ ਖੇਤਰ, ਨਭ ਕੀ ਮਤਲਬ ਨਿਊਕਲੀਅਰ ਪਾਰਟ ਹੈ। ਠੀਕ ਹੈ, ਉਹਦੇ ਵਿੱਚ ਕੀ ਹੁੰਦਾ ਹੈ? ਕੁਝ ਜਿਵੇਂ ਬੈਕਟੀਰੀਆ ਵਰਗੇ ਕੁਝ ਆਰਗੇਨਿਜ਼ਮ, ਕੁਝ ਸੂਖਮ ਜੀਵ ਵਿੱਚ ਜਿਹੜਾ ਨਭ ਕੀ ਖੇਤਰ ਘੱਟ ਸਪਸ਼ਟ ਹੁੰਦਾ ਹੈ। ਹੁਣ ਬੈਕਟੀਰੀਆ ਕੀ ਹੁੰਦੇ ਨੇ? ਪ੍ਰੋਕੈਰੀਓਟਿਕ ਸੈੱਲ। ਉਹ ਕੀ ਹੁੰਦੇ ਨੇ? ਪ੍ਰੋਕੈਰੀਓਟਿਕ ਸੈੱਲ। ਠੀਕ ਹੈ, ਉਹਨਾਂ ਵਿੱਚ ਜਿਹੜੀ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ, ਤਾਂ ਅਜਿਹੇ ਖੇਤਰ ਦੇ ਵਿੱਚ ਕੇਵਲ क्रोमैटिन ਮਟੀਰੀਅਲ ਹੁੰਦਾ ਤੇ ਉਹ ਜੇ ਪਾਰਟ ਨੂੰ ਕੀ ਕਹਿੰਦੇ ਨੇ? ਨਿਊਕਲੀਓਲਸ। ਤੇ ਜਿਹੜੇ ਪ੍ਰੋਕੈਰੀਓਟਿਕ ਸੈੱਲ ਹੁੰਦੇ ਨੇ ਉਹਨਾਂ ਦੇ ਵਿੱਚ ਕੀ ਹੁੰਦਾ? ਹੋਰ ਵੀ ਜਿਹੜੇ ਪ੍ਰੋਕੈਰੀਓਟਿਕ ਸੈੱਲ ਉਹਨਾਂ ਵਿੱਚ ਹੋਰ ਨਿਕੜੇ ਅੰਗ ਨਹੀਂ ਮਿਲਦੇ ਜਿਹੜੇ ਯੂਕੈਰੀਓਟਿਕ ਦੇ ਵਿੱਚ ਮਿਲਦੇ ਨੇ, ਜਿਹੜੇ ਯੂਕੈਰੀਓਟਿਕ ਸੈੱਲਾਂ ਦੇ ਵਿੱਚ ਮਿਲਦੇ ਨੇ। ਠੀਕ ਹੈ, ਹੁਣ ਪ੍ਰੋਕੈਰੀਓਟਿਕ ਤੇ ਯੂਕੈਰੀਓਟਿਕ ਦੇ ਵਿੱਚ ਫਰਕ। ਪ੍ਰੋਕੈਰੀਓਟਿਕ ਜਿਹੜੇ ਸੈੱਲ ਨੇ ਉਹ ਆਮ ਤੌਰ ਤੇ ਛੋਟੇ ਸਾਈਜ਼ ਦੇ ਹੁੰਦੇ ਨੇ। ਤੇ ਜਦੋਂ ਵੀ ਆਪਾਂ ਸੈੱਲ ਨੂੰ ਮੈਜ਼ਰ ਕਰਦੇ ਹਾਂ ਨਾ ਤਾਂ ਆਹ ਇੱਕ ਇਕਾਈ ਵਰਤੀ ਜਾਂਦੀ ਹੈ, ਇੱਕ ਇਕਾਈ, ਇਹਨੂੰ ਮਿਊ ਐਮ ਨਾਲ ਡਿਨੋਟ ਕਰਦੇ ਨੇ। ਜਿਹੜਾ ਆਹ ਵਰਡ ਹੈ ਇਹਨੂੰ ਕਹਿੰਦੇ ਨੇ ਮਿਊ, MU, ਮਿਊ। ਇਹਨੂੰ ਕਹਿੰਦੇ ਨੇ ਮਾਈਕਰੋਮੀਟਰ। ਇਸ ਚੀਜ਼ ਨੂੰ ਕਹਿੰਦੇ ਨੇ ਮਾਈਕਰੋਮੀਟਰ। ਤੇ ਇੱਕ ਮਾਈਕਰੋਮੀਟਰ 10 ਦੀ ਪਾਵਰ -6 ਮੀਟਰ ਦੇ ਬਰਾਬਰ ਹੁੰਦਾ ਹੈ। ਮਤਲਬ 1 ਮੀਟਰ ਦੇ ਵਿੱਚ 1000 ਮਿਲੀਮੀਟਰ ਹੁੰਦੇ ਨੇ ਤੇ 1 ਮਿਲੀਮੀਟਰ ਦੇ ਵਿੱਚ ਅੱਗੇ 1000 ਮਾਈਕਰੋਮੀਟਰ ਹੁੰਦੇ ਨੇ। ਤੇ ਪ੍ਰੋਕੈਰੀਓਟਿਕ ਕੋਸ਼ਿਕਾ ਦੇ ਵਿੱਚ ਕੇਂਦਰੀ ਖੇਤਰ ਜਿਹੜਾ ਹੈ ਉਹ ਸਾਫ਼ ਵਿਖਾਈ ਨਹੀਂ ਦਿੰਦਾ, ਕਿ ਸਾਫ਼ ਦਿਖਾਈ ਨਹੀਂ ਦਿੰਦਾ। ਤੇ ਇੱਧਰ ਜਿਹੜਾ ਆਪਣੇ ਕੋਲ ਕੀ ਹੈ? ਸਾਫ਼ ਦਿਖਾਈ ਦਿੰਦਾ ਹੈ। ਠੀਕ ਹੈ, ਤੇ ਇਹਦੇ ਵਿੱਚ ਇੱਕੋ ਹੀ ਗੁਣਸੂਤਰ ਹੁੰਦਾ, ਇਹਦੇ ਵਿੱਚ ਇੱਕ ਤੋਂ ਜ਼ਿਆਦਾ ਗੁਣਸੂਤਰ ਕ੍ਰੋਮੋਸੋਮ ਹੁੰਦੇ ਨੇ। ਇਹ ਜਿਹੜਾ ਸਾਈਜ਼ ਹੈ ਇੱਕ ਛੋਟਾ ਹੁੰਦਾ 1 ਤੋਂ 10 ਮਾਈਕਰੋਮੀਟਰ ਦਾ, ਇਹ 5 ਮਾਈਕਰੋਮੀਟਰ ਤੋਂ ਲੈ ਕੇ 100 ਮਾਈਕਰੋਮੀਟਰ ਤੱਕ ਹੋ ਸਕਦੇ ਨੇ। ਤੇ ਇਹਦੇ ਨਾਲ ਜਿਹੜੀ ਝਿੱਲੀ ਵਿੱਚ ਘਿਰੇ ਸੈੱਲ ਦੇ ਨਿਕੜੇ ਅੰਗ ਨਹੀਂ ਹੁੰਦੇ, ਇਹਦੇ ਵਿੱਚ ਮੈਂਬਰੇਨ ਬਾਉਂਡਡ ਆਰਗੇਨੈਲਿਜ਼ ਹੁੰਦੀਆਂ ਨੇ, ਮਤਲਬ ਝਿੱਲੀ ਨਾਲ ਘਿਰੇ ਅੰਗ ਹੁੰਦੇ ਹਨ। ਝਿੱਲੀ ਨਾਲ ਘਿਰੇ ਅੰਗ ਹੁੰਦੇ ਹਨ, ਜਿਵੇਂ ਨਿਊਕਲੀਅਸ ਹੁੰਦਾ ਹੈ। ਠੀਕ ਹੈ, ਹਾਂਜੀ, ਕਲੀਅਰ ਹੈ ਨੀ ਚੀਜ਼? ਉਸ ਤੋਂ ਬਾਅਦ ਸੈੱਲ ਦੇ ਨਿਕੜੇ ਅੰਗ, ਯਾਨੀ ਕਿ ਸੈੱਲ ਦੇ ਵਿੱਚ ਕਿਹੜੀਆਂ ਆਰਗੇਨੈਲਿਜ਼ ਨੇ। ਠੀਕ ਹੈ ਜੀ, ਤਾਂ ਇਸ ਤੋਂ ਪਹਿਲਾਂ ਇੱਕ ਚੀਜ਼ ਹੋਰ ਪੜ੍ਹਦੇ ਹਾਂ। ਸੈੱਲ ਵਾਲੇ ਜਿਹੜੇ ਆਰਗੇਨਿਜ਼ਮ, ਜਿਹੜੇ ਜੀਵ ਨੇ, ਦੋ ਤਰ੍ਹਾਂ ਦੇ ਹੁੰਦੇ ਨੇ।
ਇੱਕ ਹੁੰਦੇ ਨੇ ਇੱਕ ਸੈਲੀ ਤੇ ਦੂਜੇ ਆਪਣੇ ਕੋਲ ਹੁੰਦੇ ਨੇ ਬਹੁ ਸੈਲੀ। ਇੱਕ ਸੈਲੀ ਜੀਵ ਉਹ ਹੁੰਦੇ ਨੇ ਜਿਹਦੇ ਵਿੱਚ ਆਪਾਂ ਇੱਕੋ ਹੀ ਸੈੱਲ ਹੁੰਦਾ, ਉਹ ਇੱਕੋ ਸੈੱਲ ਸਾਰੇ ਜਿਹੜੇ ਕਾਰ ਵਿਹਾਰ ਸਾਰੀਆਂ ਰਚਨਾਵਾਂ ਤੇ ਸਾਰਾ ਕੁਝ ਕਰਦਾ, ਉਹ ਹੁੰਦੇ ਨੇ ਇੱਕ ਸੈਲੀ। ਠੀਕ ਹੈ, ਇੱਕ ਸੈਲੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਅਮੀਬਾ, ਪੈਰਾਮੀਸ਼ੀਅਮ, ਯੂਗਲੀਨਾ ਤੇ ਈਸਟ। ਇਹ ਸਾਰੇ ਇੱਕੋ ਸੈਲੀ ਜੀਵਾਂ ਦੀਆਂ ਉਦਾਹਰਨਾਂ ਨੇ। ਤੇ ਬਹੁਤ ਸੈਲੀ ਦੇ ਵਿੱਚ ਹਿਊਮਨ ਬੀਇੰਗਸ ਹੋ ਗਏ ਤੇ ਸਾਰੇ ਜੀਵ, ਮਤਲਬ ਜਿਵੇਂ ਸ਼ੇਰ ਹੋ ਗਿਆ, ਕੁੱਤਾ ਹੋ ਗਿਆ, ਤੇ ਜਿਹੜੇ ਮਨੁੱਖ ਨੇ ਉਹ ਇਸ ਕੈਟਾਗਰੀ ਚ ਆਉਂਦੇ ਨੇ। ਜਿਹੜੇ ਮਨੁੱਖ ਨੇ ਉਹ ਇਸ ਕੈਟਾਗਰੀ ਚ ਆਉਂਦੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਸੈੱਲ ਦੇ ਨਿਕੜੇ ਅੰਗ, ਸੈੱਲ ਔਰਗਨੈਲਿਜ਼। ਤਾਂ ਆਹ ਸਾਰੀਆਂ ਆਪਣੇ ਕੋਲ ਸੈੱਲ ਔਰਗਨੈਲਿਜ਼ ਨੇ ਜਿਹੜੀਆਂ ਸੈੱਲ ਦੇ ਵਿੱਚ ਹੁੰਦੀਆਂ ਨੇ। ਠੀਕ ਹੈ ਜੀ। ਤਾਂ 3 ਬਾਰੇ ਆਪਾਂ ਪੜ੍ਹ ਚੁੱਕੇ ਹਾਂ। ਠੀਕ ਹੈ, ਕੇਂਦਰਕ ਸੈੱਲ ਦਾ ਨਿਊਕਲੀਅਸ ਹੁੰਦਾ, ਸੈੱਲ ਦਰਵ ਮਤਲਬ ਸਾਈਟੋਪਲਾਜ਼ਮ ਹੁੰਦਾ। ਠੀਕ ਹੈ, ਤੇ ਇੱਕ ਪਲਾਜ਼ਮਾ ਝਿੱਲੀ ਮਤਲਬ ਪਲਾਜ਼ਮਾ ਮੈਂਬਰੇਨ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਸਿਰੇ ਤੋਂ ਆਪਾਂ ਲੱਗਦੇ ਹਾਂ, ਪੜ੍ਹਨਾ ਸ਼ੁਰੂ ਕਰਦੇ ਹਾਂ। ਇਹ ਮੋਸਟ ਇੰਪੋਰਟੈਂਟ ਪਾਰਟ ਹੈ, ਇੱਥੋਂ ਕੁਐਸਚਨ ਆਉਣ ਦੇ ਚਾਂਸਸ ਪੂਰੇ ਨੇ। ਤਾਂ ਸੈੱਲ ਦੇ ਵਿੱਚ ਵਾਲਾ ਸਭ ਤੋਂ ਪਹਿਲਾਂ ਜਿਹੜਾ ਪਾਰਟ ਉਹ ਹੁੰਦਾ ER। ER ਨੂੰ ਕਹਿੰਦੇ ਨੇ ਐਂਡੋਪਲਾਜ਼ਮਿਕ ਰੈਕਟੀਕੂਲਮ। ਹੁਣ ਇਹ ਐਂਡੋਪਲਾਜ਼ਮਿਕ ਰੈਕਟੀਕੂਲਮ ਦਾ ਕੀ ਕੰਮ ਹੁੰਦਾ ਹੈ? ਇਹ ਸੈੱਲ ਦੇ ਵਾਸਤੇ ਸਾਰਾ ਦਾ ਸਾਰਾ ਪਾਰਟ ਸਿੰਥੇਸਾਈਜ਼ ਕਰਦਾ ਹੈ। ਸੈੱਲ ਦੇ ਵਿੱਚ ਜੋ ਵੀ ਕੁਝ ਬਣਦਾ ਹੈ, ਠੀਕ ਹੈ, ਸੈੱਲ ਨੂੰ ਬਣਾਉਣ ਵਾਸਤੇ ਜੋ ਵੀ ਪ੍ਰੋਟੀਨ ਚਾਹੀਦੇ ਹੁੰਦੇ ਨੇ ਤੇ ਜੋ ਵੀ ਕਾਰਬੋਹਾਈਡਰੇਟ ਜਾਂ ਫੈਟ ਚਾਹੀਦੀ ਹੁੰਦੀ ਹੈ। ਠੀਕ ਹੈ, ਇਹ ਸਾਰਾ ਦਾ ਸਾਰਾ ਕੌਣ ਕਰਦਾ ਹੈ? ER ਸਿੰਥੇਸਾਈਜ਼ ਕਰਦਾ। ER ਮਤਲਬ ਐਂਡੋਪਲਾਜ਼ਮਿਕ ਜਾਲ। ਐਂਡੋਪਲਾਜ਼ਮਿਕ ਜਾਲ ਜਿਹੜਾ ਝਿੱਲੀ ਦੁਆਰਾ ਘਿਰੀਆਂ ਹੋਈਆਂ ਕੁਝ ਟਿਊਬਾਂ ਦਾ ਇੱਕ ਜਾਲ ਹੈ। ਐਂਡੋਪਲਾਜ਼ਮਿਕ ਜਾਲ ਇਹ 2 ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਖੁਰਦਰਾ, ਉਹਨੂੰ ਕਹਿੰਦੇ ਨੇ ਰਫ, ਤੇ ਦੂਜਾ ਹੁੰਦਾ ਸਮੂਥ। ਠੀਕ ਹੈ, ਤੇ ਜਿਹੜਾ ਆਹ ਕੁਐਸਚਨ ਮੋਸਟ ਇੰਪੋਰਟੈਂਟ ਹੈ, ਜਿਹੜਾ ਖੁਰਦਰਾ ਹੈ ਉਹ ਖੁਰਦਰਾ ਕਿਉਂ ਹੁੰਦਾ? ਕਿਉਂਕਿ ਉਹਦੇ ਉੱਤੇ ਰਾਈਬੋਸੋਮਸ ਲੱਗੇ ਹੁੰਦੇ ਨੇ। ਠੀਕ ਹੈ, ਰਾਈਬੋਸੋਮਸ ਜੋ ਕਿ ਬਹੁਤ ਸਾਰੇ ਚੁਸਤ ਸੈੱਲਾਂ ਵਿੱਚ ਹੁੰਦੇ ਨੇ। ਇਹ ਰਾਈਬੋਸੋਮ ਕੀ ਕਰਦੇ ਨੇ? ਇੱਕ ਤਾਂ ਫੋਟੋਸਿੰਥਸਿਸ ਦੇ ਵਿੱਚ ਹੈਲਪ ਕਰਦੇ ਨੇ, ਤੇ ਇਹਦੇ ਵਿੱਚ ਕੀ ਹੁੰਦਾ ਹੈ? ਜਿਹੜੇ ਪ੍ਰੋਟੀਨ ਨੇ, ਮਤਲਬ ਰਾਈਬੋਸੋਮ ਨੂੰ ਪ੍ਰੋਟੀਨ ਫੈਕਟਰੀ ਆਫ ਸੈੱਲ ਵੀ ਕਹਿ ਦਿੰਦੇ ਨੇ। ਰਾਈਬੋਸੋਮ ਨੂੰ ਪ੍ਰੋਟੀਨ ਫੈਕਟਰੀ ਆਫ ਏ ਸੈੱਲ ਕਹਿ ਦਿੰਦੇ ਨੇ। ਜਿੰਨਾ ਵੀ ਸੈੱਲ ਦੇ ਵਿੱਚ ਪ੍ਰੋਟੀਨ ਬਣਦਾ ਉਹ ਕੌਣ ਬਣਾਉਂਦੇ ਨੇ? ਰਾਈਬੋਸੋਮਸ। ਤੇ ਰਾਈਬੋਸੋਮਸ ਆਪ ਇਕੱਲੇ ਕੰਮ ਨਹੀਂ ਕਰਦੇ, ਇਹਨਾਂ ਨੂੰ ਕੰਮ ਕਰਨ ਵਾਸਤੇ ਥਾਂ ਚਾਹੀਦੀ ਹੁੰਦੀ ਹੈ। ਤੇ ਉਹ ਜਿਹੜੀ ਥਾਂ ਹੈ ਉਹ ਕੌਣ ਪ੍ਰੋਵਾਈਡ ਕਰਵਾਉਂਦੇ ਨੇ? RER। ਤਾਂ ਰਫ ਐਂਡੋਪਲਾਜ਼ਮਿਕ ਰੈਕਟੀਕੂਲਮ ਕੀ ਕੰਮ ਕਰਦੇ ਨੇ? ਪ੍ਰੋਟੀਨ ਸਿੰਥੇਸਿਸ। ਉਹ ਕੀ ਕੰਮ ਕਰਦੇ ਨੇ? ਪ੍ਰੋਟੀਨ ਸਿੰਥੇਸਿਸ। ਠੀਕ ਹੈ, ਤਾਂ ਰਫ ਜਿਹੜਾ ਪਾਰਟ ਹੈ ਉਹ ਕੀ ਕਰਦੇ ਨੇ? ਪ੍ਰੋਟੀਨ ਸਿੰਥੇਸਿਸ ਕਰਦੇ ਨੇ। ਤੇ ਜਿਹੜਾ ਸਮੂਥ ਵਾਲਾ ਪਾਰਟ ਹੈ ਉਹ ਫੈਟ ਤੇ ਲਿਪਿਡ ਦੀ ਸਿੰਥੇਸਿਸ ਕਰਦੇ ਨੇ। ਉਹ ਕੀ ਕਰਦੇ ਨੇ? ਫੈਟ ਜਾਂ ਫਿਰ ਲਿਪਿਡ ਸਿੰਥੇਸਿਸ ਕਰਦੇ ਨੇ। ਤੇ ਜੇਕਰ ਇਹ ਜਿਹੜੇ ਸੈੱਲ ਨੇ ਜਿਹੜੇ ਕਿਡਨੀਜ਼ ਵਿੱਚ ਪ੍ਰੈਜ਼ੈਂਟ ਹੁੰਦੇ ਨੇ, ਉਹਦੇ ਵਿੱਚ ਇਹ ਨਾਲ ਇੱਕ ਹੋਰ ਕੰਮ ਵੀ ਕਰਦੇ ਨੇ। ਇਹ ਡੀਟੌਕਸੀਫਿਕੇਸ਼ਨ ਦਾ ਕੰਮ ਵੀ ਕਰਦੇ ਨੇ, ਮਤਲਬ ਸਾਫ਼ ਸਫਾਈ ਦਾ ਕੰਮ ਵੀ ਕਰਦੇ ਨੇ। ਡੀਟੌਕਸੀਫਿਕੇਸ਼ਨ ਆਫ ਮਟੀਰੀਅਲ, ਮਤਲਬ ਮਟੀਰੀਅਲਸ ਦੀ ਜਾਂ ਆਰਗਨਸ ਦੀ ਡੀਟੌਕਸੀਫਿਕੇਸ਼ਨ ਦਾ ਕੰਮ ਵੀ ਇਹੀ ਕਰਦੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਅਗਲਾ ਆਪਣੇ ਕੋਲ ਪਾਰਟ ਹੈ ਲਾਈਸੋਸੋਮ। ਲਾਈਸੋਸੋਮ ਨੂੰ ਜਿਹੜਾ ਆਪਾਂ ਸੁਸਾਈਡਲ ਬੈਗ ਆਫ ਸੈੱਲ ਵੀ ਕਹਿ ਦਿੰਦੇ ਹਾਂ। ਸੈੱਲ ਦੇ ਸੁਸਾਈਡਲ ਬੈਗ। सॉरी पेज अगे पिछे चला गया शायद, बस 1 मिनट। ठीक है, सैल दे सुसाइडल बैग भी कह देंगे ने।
ਜਿਹੜਾ SER ਹੈ ਕਈ ਜ਼ਹਿਰੀਲੇ ਪਦਾਰਥ ਤੇ ਨਸ਼ੀਲੀਆਂ ਦਵਾਈਆਂ ਨੂੰ ਜਾਂ ਡਰੱਗਸ ਨੂੰ ਜ਼ਹਿਰ ਮੁਕਤ ਕਰਨ ਵਿੱਚ ਹੈਲਪ ਕਰਦਾ, ਮਤਲਬ ਡੀਟੌਕਸੀਫਿਕੇਸ਼ਨ ਕਰਦਾ ਹੈ। ਠੀਕ ਹੈ। ਲਾਈਸੋਸੋਮ ਜਿਹੜੇ ਨੇ ਇਹ ਸੈੱਲ ਦੀਆਂ ਜੈਵਿਕ ਕਿਰਿਆਵਾਂ ਵਿੱਚ ਰੁਕਾਵਟ ਪੈਣ ਕਾਰਨ ਜਾਂ ਸੈੱਲ ਦੀ ਟੁੱਟ ਭੱਜ ਹੋ ਜਾਵੇ ਤਾਂ ਲਾਈਸੋਸੋਮ ਫਟ ਜਾਂਦੇ ਨੇ ਤੇ ਉਸ ਦੇ ਜਿਹੜੇ ਐਂਜ਼ਾਈਮ ਨੇ ਉਹ ਆਪਣੇ ਆਪ ਹੀ ਸੈੱਲ ਨੂੰ ਹਜ਼ਮ ਕਰ ਦਿੰਦੇ ਨੇ। ਇਸ ਨੂੰ ਆਤਮਘਾਤੀ ਪੋਟਲੀ ਵੀ ਕਹਿੰਦੇ ਨੇ, ਸੁਸਾਈਡਲ ਬੈਗ ਆਫ ਸੈੱਲ ਵੀ ਕਹਿ ਦਿੰਦੇ ਨੇ। ਠੀਕ ਹੈ, ਇਹਨਾਂ ਨੂੰ ਕੀ ਕਹਿੰਦੇ ਨੇ? ਸੁਸਾਈਡਲ ਬੈਗ ਆਫ ਏ ਸੈੱਲ। ਇਹ ਸਾਰੀਆਂ ਦੀਆਂ ਸਾਰੀਆਂ ਇਹ ਕਿਸੇ ਵੀ ਚੀਜ਼ ਨੂੰ ਹਜ਼ਮ ਇਹਨਾਂ ਦਾ ਨਾ ਸੈੱਲ ਦੇ ਵਿੱਚ ਪੂਰਾ ਰੋਬ ਹੁੰਦਾ ਹੈ। ਜੇਕਰ ਸੈੱਲ ਦੀ ਕੋਈ ਵੀ ਆਰਗੇਨਿਜ਼ਮ ਸਹੀ ਢੰਗ ਨਾਲ ਕੰਮ ਨਾ ਕਰਦੀ ਹੋਵੇ ਤਾਂ ਜਿਹੜਾ ਸੈੱਲ ਦਾ ਨਿਊਕਲੀਅਸ ਹੈ ਉਹ ਆਪਣੇ ਸਾਰੇ ਸੈੱਲ ਆਰਗੇਨਿਜ਼ਮ ਨੂੰ ਡਰਾਵਾ ਦੇ ਕੇ ਰੱਖਦਾ ਹੈ ਵੀ ਜਿਹੜਾ ਸੈੱਲ ਦਾ ਪਾਰਟ ਕੰਮ ਸਹੀ ਨਹੀਂ ਕਰੇਗਾ ਉਹਨੂੰ ਲਾਈਸੋਸੋਮ ਕੋਲ ਭੇਜ ਦਿੱਤਾ ਜਾਵੇਗਾ। ਤਾਂ ਲਾਈਸੋਸੋਮ ਆਪਣੇ ਕੋਲ ਕੀ ਹੋ ਗਿਆ? ਸੁਸਾਈਡਲ ਬੈਗ। ਸੁਸਾਈਡਲ ਬੈਗ ਆਫ ਸੈੱਲ, ਸੈੱਲ ਦਾ ਸੁਸਾਈਡਲ ਬੈਗ। ਤੇ ਰਾਈਬੋਸੋਮਸ ਕੀ ਹੋ ਗਏ? ਪ੍ਰੋਟੀਨ ਫੈਕਟਰੀ। ਰਾਈਬੋਸੋਮ ਕੀ ਹੋ ਗਿਆ? ਪ੍ਰੋਟੀਨ ਫੈਕਟਰੀ। ਹੁਣ ਕੀ ਹੁੰਦਾ ਹੈ ਸੈੱਲ ਦੇ ਵਿੱਚ? ਸੈੱਲ ਨੂੰ ਊਰਜਾ ਚਾਹੀਦੀ ਹੁੰਦੀ ਹੈ, ਸੈੱਲ ਨੂੰ ਊਰਜਾ ਚਾਹੀਦੀ ਹੁੰਦੀ ਤਾਂ ਉਹ ਊਰਜਾ ਦਾ ਕੰਮ ਕੌਣ ਕਰਦਾ ਹੈ? ਸੈੱਲ ਦੇ ਵਿੱਚ ਜਿੰਨੀ ਵੀ ਊਰਜਾ ਚਾਹੀਦੀ ਹੁੰਦੀ ਉਹ ਮਾਈਟੋਕੌਂਡਰੀਆ ਬਣਾਉਂਦਾ ਹੈ। ਉਹ ਕੌਣ ਬਣਾਉਂਦਾ? ਮਾਈਟੋਕੌਂਡਰੀਆ। ਤਾਂ ਕਰਕੇ ਇਹਨੂੰ ਕੀ ਕਹਿੰਦੇ ਨੇ? ਪਾਵਰ ਹਾਊਸ ਆਫ ਆ ਸੈੱਲ। ਕਿਸੇ ਵੀ ਸੈੱਲ ਦਾ ਪਾਵਰ ਹਾਊਸ। ਠੀਕ ਹੈ। ਮਾਈਟੋਕੌਂਡਰੀਆ ਕੀ ਕਰਦਾ ਹੈ? ਇਹ ਆਕਸੀ ਸਾਹ ਕਿਰਿਆ ਕਰਵਾ ਕੇ, ਠੀਕ ਹੈ, ਆਕਸੀ ਸਾਹ ਕਿਰਿਆ ਕਰਵਾ ਕੇ ਤੇ ਗਲੂਕੋਜ਼ ਨੂੰ ਤੋੜਦਾ ਹੈ ਕਾਰਬਨ ਡਾਈਆਕਸਾਈਡ ਤੇ ਹਾਈਡਰੋਜਨ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਨੇ ਗੋਲਗੀ ਬੋਡੀਜ਼। ਗੋਲਗੀ ਬੋਡੀਜ਼ ਜਿਹੜੀਆਂ ਨੇ ਉਹ ਕੈਮਿਲੀਓ ਗੋਲਗੀ ਨੇ ਡਿਸਕਵਰ ਕਰੀਆਂ ਸੀ ਤੇ ਇਹਦੇ ਵਿੱਚ ਛੋਟੀਆਂ-ਛੋਟੀਆਂ ਇਨਫੋਲਡਿੰਗਸ ਹੁੰਦੀਆਂ ਨੇ। ਗੋਲਗੀ ਬੋਡੀਜ਼ ਦੇ ਵਿੱਚ ਛੋਟੀਆਂ-ਛੋਟੀਆਂ ਇਨਫੋਲਡਿੰਗਸ ਹੁੰਦੀਆਂ ਨੇ, ਉਹਨੂੰ ਕਹਿੰਦੇ ਨੇ ਸਿਸਟਰੇਨ। ਤੇ ਇਹ ER ਦੇ ਨਾਲ ਜੁੜੀਆਂ ਹੁੰਦੀਆਂ ਨੇ। ਇਹ ਇੱਕ ਕੰਪਲੈਕਸ ਸੈਲੂਲਰ ਮੈਂਬਰੇਨ ਹੁੰਦਾ ਤੇ ਜਿਹੜੀ ER ਦੇ ਨੇੜੇ ਜੋ ਵੀ ਪਦਾਰਥ ਹੁੰਦੇ ਨੇ ਉਹਨਾਂ ਨੂੰ ਵੱਖ-ਵੱਖ ਟਿਕਾਣੇ ਤੇ ਭੇਜਣ ਦਾ ਕੰਮ ਜਿਹੜਾ ਹੈ ਉਹ ਗੋਲਗੀ ਬੋਡੀਜ਼ ਕਰਦੀਆਂ ਨੇ। ਠੀਕ ਹੈ। ਇਹਨਾਂ ਮੇਨ ਕੰਮ ਕੀ ਹੁੰਦਾ ਹੈ? ਪਦਾਰਥਾਂ ਨੂੰ ਸਟੋਰ ਕਰਨਾ, ਉਹਨਾਂ ਨੂੰ ਟਰਾਂਸਪੋਰਟ ਕਰਨਾ, ਉਹਨਾਂ ਨੂੰ ਪੈਕੇਜਿੰਗ ਕਰਨਾ। ਇਹ ਮੇਨ ਕੰਮ ਹੁੰਦਾ ਗੋਲਗੀ ਬੋਡੀਜ਼ ਦਾ। ਇਹਨੂੰ ਪੋਸਟ ਆਫਿਸ ਆਫ ਏ ਸੈੱਲ ਵੀ ਕਹਿ ਦਿੰਦੇ ਨੇ। ਇਹਨਾਂ ਨੂੰ ਪੋਸਟ ਆਫਿਸ ਆਫ ਏ ਸੈੱਲ ਵੀ ਕਹਿ ਦਿੰਦੇ ਨੇ। ਪੋਸਟ ਆਫਿਸ ਆਫ ਆ ਸੈੱਲ, ਸੈੱਲ ਦਾ ਪੋਸਟ ਆਫਿਸ ਵੀ ਕਹਿ ਦਿੰਦੇ ਆ। ਠੀਕ ਹੈ ਜੀ। ਤਾਂ ਇਹ ਉਹ ਆਰਗੇਨਿਜ਼ਮ ਨੇ ਮੇਨਲੀ ਜਿਹੜੀਆਂ ਮਤਲਬ ਸੈੱਲ ਦੇ ਵਿੱਚ ਨਾਰਮਲੀ ਪ੍ਰੈਜ਼ੈਂਟ ਹੁੰਦੀਆਂ ਨੇ। ਹੁਣ ਕੁਝ ਇੱਕ ਦੋ ਸੈੱਲ ਆਰਗੇਨਿਜ਼ਮ ਇਹੋ ਜਿਹੇ ਹੁੰਦੇ ਨੇ ਜਿਹੜੀਆਂ ਨਾਰਮਲ ਐਨੀਮਲ ਸੈੱਲ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੁੰਦੀਆਂ। ਤਾਂ ਉਹ ਕਿਹੜੀਆਂ-ਕਿਹੜੀਆਂ ਨੇ? ਉਹਦੇ ਵਿੱਚ ਸਭ ਤੋਂ ਪਹਿਲਾ ਪਾਰਟ ਹੁੰਦਾ ਕਲੋਰੋਪਲਾਸਟ। ਇਹ ਆਪਣੇ ਕੋਲ ਇੱਕ ਪਲਾਂਟ ਸੈੱਲ ਵਿਖਾਇਆ ਗਿਆ। ਠੀਕ ਹੈ। ਪਲਾਂਟ ਸੈੱਲ ਦੇ ਵਿੱਚ ਕੀ ਹੁੰਦੀ? ਇੱਕ ਸਪੈਸ਼ਲ ਸਟਰਕਚਰ ਹੁੰਦੀ ਜਿਹਨੂੰ ਕਹਿੰਦੇ ਨੇ ਪਲਾਸਟਿਡ। ਆਪਾਂ ਨੂੰ ਚੀਜ਼ ਇਹ ਪਤਾ ਹੈ ਜਿਹੜੇ ਪਲਾਂਟ ਹੁੰਦੇ ਨੇ ਉਹ ਆਪਦਾ ਭੋਜਨ ਖੁਦ ਬਣਾ ਸਕਦੇ ਨੇ। ਜਿਹੜੇ ਪਲਾਂਟ ਨੇ ਉਹ ਆਪਦਾ ਭੋਜਨ ਖੁਦ ਬਣਾ ਸਕਦੇ ਨੇ। ਤਾਂ ਪਲਾਂਟ ਨੂੰ ਆਪਦਾ ਭੋਜਨ ਖੁਦ ਬਣਾਉਣ ਵਾਸਤੇ ਉਹਨਾਂ ਦੇ ਵਿੱਚ ਇੱਕ ਸਪੈਸ਼ਲ ਟਾਈਪ ਦੇ ਪਾਰਟ ਹੁੰਦੇ ਜਿਹਨੂੰ ਕਹਿੰਦੇ ਨੇ ਪਲਾਸਟਿਡ। ਪਲਾਸਟਿਡ ਅੱਗੇ ਫਿਰ ਤਿੰਨ ਤਰ੍ਹਾਂ ਦੇ ਹੁੰਦੇ ਨੇ। ਜਿਹੜੇ ਹਰੇ ਰੰਗ ਦੇ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਲੋਰੋਪਲਾਸਟ। ਠੀਕ ਹੈ। ਪਲਾਂਟ ਦੇ ਜਿਹੜੇ ਹਰੇ ਪੱਤੇ ਹੁੰਦੇ ਨੇ ਉਹ ਕਲੋਰੋਪਲਾਸਟ ਕਰਕੇ ਹੁੰਦੇ ਨੇ। ਕੁਝ ਦੇ ਪੱਤੇ ਹਰੇ ਰੰਗ ਦੇ ਨਹੀਂ ਹੁੰਦੇ ਪਰ ਉਹ ਫਿਰ ਵੀ ਫੋਟੋਸਿੰਥੇਸਿਸ ਕਰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕ੍ਰੋਮੋਪਲਾਸਟ। ਤੇ ਇੱਕ ਪਾਰਟ ਇਹਨਾਂ ਦਾ ਫੂਡ ਨੂੰ ਸਟੋਰ ਕਰਨ ਦਾ ਕੰਮ ਕਰਦਾ, ਉਹਨੂੰ ਕਹਿੰਦੇ ਨੇ ਲਿਊਕੋਪਲਾਸਟ। ਠੀਕ ਹੈ, ਉਹਨੂੰ ਕਹਿੰਦੇ ਨੇ ਲਿਊਕੋਪਲਾਸਟ। ਤੇ ਇਹ ਇਹਨਾਂ ਬਾਰੇ ਡਿਟੇਲ ਚ ਪੜ੍ਹਦੇ ਆ। ਪਲਾਸਟਿਡ ਜਿਹੜੇ ਨੇ ਇਹ ਸਿਰਫ ਪੌਦਾ ਸੈੱਲ ਵਿੱਚ ਪਾਏ ਜਾਂਦੇ ਨੇ। ਕ੍ਰੋਮੋਪਲਾਸਟ ਗ੍ਰੀਨ ਕਲਰ ਦੇ ਹੁੰਦੇ ਨੇ, ਸੌਰੀ ਕ੍ਰੋਮੋਪਲਾਸਟ ਰੰਗੀਨ ਕਲਰ ਦੇ ਰੰਗੀਨ ਹੁੰਦੇ ਨੇ। ਠੀਕ ਹੈ। ਤੇ ਜਿਹੜੇ ਲਿਊਕੋਪਲਾਸਟ ਨੇ ਉਹ ਸਫੈਦ ਹੁੰਦੇ ਨੇ। ਤੇ ਜਿਹੜੇ ਕਲੋਰੋਫਿਲ ਵਾਲੇ ਜਿਹੜੇ ਪਲਾਸਟਿਡ ਨੇ ਜਿਨ੍ਹਾਂ ਦੇ ਵਿੱਚ ਕਲੋਰੋਫਿਲ ਹੁੰਦਾ ਮਤਲਬ ਹਰੇ ਰੰਗ ਦੇ, ਉਹਨਾਂ ਨੂੰ ਕਲੋਰੋਪਲਾਸਟ ਕਹਿੰਦੇ ਨੇ। ਤੇ ਬਹੁਤ ਸਾਰੇ ਪੀਲੇ, ਸੰਤਰੀ ਅਤੇ ਲਾਲ ਰੰਗ ਦੇ ਹੁੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ? ਕ੍ਰੋਮੋਪਲਾਸਟ ਕਹਿੰਦੇ ਨੇ।
ਜਿਹੜੇ ਲਿਊਕੋਪਲਾਸਟ ਨੇ ਉਹ ਮੇਨਲੀ ਕੀ ਕੰਮ ਕਰਦੇ ਨੇ, ਸਟਾਰਚ ਨੂੰ, ਤੇਲ ਨੂੰ ਜਾਂ ਪ੍ਰੋਟੀਨ ਵਰਗੇ ਪਦਾਰਥਾਂ ਨੂੰ ਸਟੋਰ ਕਰਨ ਦਾ ਕੰਮ ਕਰਦੇ ਨੇ। ਹੁਣ ਆਹ ਇੱਥੋਂ ਕੁਐਸਚਨ ਬਣਦਾ ਹੈ, ਪਲਾਸਟਿਡ ਦੀ ਅੰਦਰੂਨੀ ਰਚਨਾ ਵਿੱਚ ਬਹੁਤ ਸਾਰੀਆਂ झिल्लियां ਵਾਲੀਆਂ ਪਰਤਾਂ ਹੁੰਦੀਆਂ ਹਨ, ਬਹੁਤ ਸਾਰੀਆਂ झिल्लियां ਵਾਲੀਆਂ ਪਰਤਾਂ ਹੁੰਦੀਆਂ ਜਿਨ੍ਹਾਂ ਨੂੰ ਸਟ੍ਰੋਮਾ ਨਾਂ ਦੇ ਪਦਾਰਥ ਵਿੱਚ ਪਾਈਆਂ ਹੁੰਦੀਆਂ ਨੇ, ਠੀਕ ਹੈ। ਤੇ ਬਾਹਰੀ ਰਚਨਾ ਤੋਂ ਜਿਹੜੇ ਪਲਾਸਟਿਡ ਨੇ ਇਹ ਮਾਈਟੋਕੌਂਡਰੀਆ ਵਰਗੇ ਲੱਗਦੇ ਨੇ, ਠੀਕ ਹੈ। ਮਾਈਟੋਕੌਂਡਰੀਆ ਵਾਂਗ ਹੀ ਪਲਾਸਟਿਡ ਵਿੱਚ ਆਪਣਾ ਡੀਐਨਏ ਤੇ ਆਪਦੇ ਰਾਈਬੋਸੋਮ ਹੁੰਦੇ ਨੇ, ਠੀਕ ਹੈ। ਇੱਕ ਬੜੀ ਸਪੈਸ਼ਲਿਟੀ ਹੁੰਦੀ ਹੈ ਮਾਈਟੋਕੌਂਡਰੀਆ ਤੇ ਪਲਾਸਟਿਡ, ਇਹਨਾਂ ਦੇ ਵਿੱਚ ਆਪਦਾ ਖੁਦ ਦਾ ਡੀਐਨਏ ਹੁੰਦਾ, ਇਹ ਸੈਮੀ ਆਟੋਨੋਮਸ ਹੁੰਦੇ ਨੇ, मतलब ये आपदा अद्धा काम आपदे आप करते हैं। इस तो अगला पार्ट है वैक्यूल्स। वैक्यूल्स का मेन काम होंगे, वैक्यूल्स कहते रसधानियां ठोस और तरल पदार्थों को जमा करने वाली थैलियां ने, ते जीव सैलों में जिहड़ियां रसधानियां ने ਉਹ ਜੀਵਾਂ ਦੇ ਵਿੱਚ ਬਹੁਤ ਥੋੜੀਆਂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ, ਤੇ ਪੌਦੇ ਸੈੱਲ ਨੂੰ ਜਦੋਂ ਵੇਖੋਗੇ ਤਾਂ ਜਿਹੜੀ ਵੈਕਿਊਲਸ ਨੇ ਬਹੁਤ ਵੱਡੇ ਸਾਈਜ਼ ਦੇ ਹੁੰਦੇ ਨੇ। ਇਹਨਾਂ ਕਰਕੇ ਕੀ ਹੁੰਦਾ ਹੈ, ਜਿਹੜਾ ਪਲਾਂਟ ਸੈੱਲ ਹੈ ਉਹ ਥੋੜਾ, ਜਿਹੜਾ ਪਲਾਂਟ ਸਾਈਜ਼ ਸੈੱਲ ਨੂੰ ਜਦੋਂ ਵੇਖੋਗੇ ਤਾਂ ਆਹ ਇੰਨਾ ਜਿਹੜਾ ਪਾਰਟ ਹੈ ਇਹ ਕਿਹਦਾ, ਵੈਕਿਊਲਸ ਦਾ, ਠੀਕ ਹੈ। ਇਹਦੇ ਕਰਕੇ ਜਿਹੜਾ ਇਹਨਾਂ ਦਾ ਨਿਊਕਲੀਅਸ ਹੈ ਉਹ ਵੀ ਸਾਈਡ ਤੇ ਖਿਸਕਿਆ ਹੁੰਦਾ ਹੈ, ਸੈਂਟਰ ਤੇ ਨਿਊਕਲੀਅਸ ਨਹੀਂ ਹੁੰਦਾ। ਜਦੋਂ ਐਨੀਮਲ ਸੈੱਲ ਨੂੰ ਵੇਖੋਗੇ ਤਾਂ ਨਿਊਕਲੀਅਸ ਸੈਂਟਰ ਤੇ ਹੁੰਦਾ, ਤੇ ਪਲਾਂਟ ਸੈੱਲ ਨੂੰ ਵੇਖੋਗੇ ਤਾਂ ਜਿਹੜਾ ਨਿਊਕਲੀਅਸ ਹੈ ਉਹ ਕੀ ਹੁੰਦਾ, ਵਿਚਕਾਰ ਨਹੀਂ ਹੁੰਦਾ। ਇਹ ਕਿਹਦੇ ਕਰਕੇ ਹੁੰਦਾ, ਵੈਕਿਊਲਸ ਕਰਕੇ ਹੁੰਦਾ, ਠੀਕ ਹੈ ਜੀ। ਤੇ ਮਾਈਟੋਕੌਂਡਰੀਆ ਦਾ ਤੇ ਪਲਾਸਟਿਡ ਦਾ ਆਪਦਾ ਖੁਦ ਦਾ ਡੀਐਨਏ ਹੁੰਦਾ। ਮਾਈਟੋਕੌਂਡਰੀਆ ਜਿਹੜਾ, ਮਾਈਟੋਕੌਂਡਰੀਆ ਦੀ ਗੱਲ ਕਰੀਏ ਤਾਂ ਇੱਕ ਦੇ ਬਜਾਏ ਦੋ झिल्लियां ਹੁੰਦਾ, ਇਹ ਵੀ ਡਬਲ ਮੈਂਬਰੇਨ ਹੁੰਦਾ, ਨਿਊਕਲੀਅਸ ਵੀ ਡਬਲ ਮੈਂਬਰੇਨ ਹੁੰਦਾ, ਮਾਈਟੋਕੌਂਡਰੀਆ ਵੀ ਡਬਲ ਮੈਂਬਰੇਨ ਹੁੰਦਾ। ਤੇ ਇਹ ਜਦੋਂ ਜੀਵਨ ਲਈ ਜ਼ਰੂਰੀ ਵੱਖ-ਵੱਖ ਰਸਾਇਣਿਕ ਕਿਰਿਆਵਾਂ ਨੂੰ ਟ੍ਰਾਂਸਫਰ ਕਰਨ ਲਈ ਮਾਈਟੋਕੌਂਡਰੀਆ ATP ਮੋਲੀਕਿਊਲਸ ਦਿੰਦਾ ਹੈ। ATP ਹੁੰਦੇ ਨੇ ਐਡੀਨੋਸਿਨ ਟ੍ਰਾਈਫਾਸਫੇਟ, ਠੀਕ ਹੈ। ਤੇ ਇਹ ਊਰਜਾ ਦਾ ਰੂਪ ਨੇ, ਤੇ ATP ਨੂੰ એનર્ਜੀ ਕਰੰਸੀ ਵੀ ਕਹਿ ਦਿੰਦੇ ਨੇ, ਆਪਣੀ ਬੋਡੀ ਦੀ એનર્ਜੀ ਕਰੰਸੀ ਆਫ ਬੋਡੀ। ਮਾਈਟੋਕੌਂਡਰੀਆ ਜਿਹੜਾ ਹੈ ਉਹ ਇੱਕ ਸਪੈਸ਼ਲ ਆਰਗਨ ਹੈ ਜਿਹਦਾ ਆਪਦਾ ਡੀਐਨਏ ਤੇ ਆਪਦੇ ਰਾਈਬੋਸੋਮਸ ਹੁੰਦੇ ਨੇ, ਠੀਕ ਹੈ ਜੀ। ਇਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਸੈੱਲ ਵਿਭਾਜਨ। ਜਦੋਂ ਆਪਾਂ ਸੈੱਲ ਡਿਵੀਜ਼ਨ ਦੇ ਬਾਰੇ ਪੜ੍ਹਦੇ ਹਾਂ ਤਾਂ ਸੈੱਲ ਵਿਭਾਜਨ ਵਾਧੇ ਦੇ ਦੌਰਾਨ ਪੁਰਾਣੀਆਂ ਨਿਰਜੀਵ ਅਤੇ ਜ਼ਖਮੀ ਹੋਈਆਂ ਜਿਹੜੀਆਂ ਕੋਸ਼ਿਕਾਵਾਂ ਬਦਲਣ ਅਤੇ ਉਹਨਾਂ ਦੇ ਯੁਗਮਜ ਬਣਾਉਣ ਲਈ ਜੀਵ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਕਰਦਾ ਹੈ, ਠੀਕ ਹੈ। ਹੁਣ ਨਵੀਆਂ ਕੋਸ਼ਿਕਾਵਾਂ ਦੇ ਨਿਰਮਾਣ ਨੂੰ ਸੈੱਲ ਵਿਭਾਜਨ ਕਹਿੰਦੇ ਨੇ, ਸੈੱਲ ਡਿਵੀਜ਼ਨ ਕਹਿੰਦੇ ਨੇ। ਤੇ ਸੈੱਲ ਡਿਵੀਜ਼ਨ ਦੋ ਤਰ੍ਹਾਂ ਦੀ ਹੁੰਦੀ ਹੈ, ਮਾਈਟੋਸਿਸ ਤੇ ਮਿਓਸਿਸ, ਠੀਕ ਹੈ। ਨੇ ਮਿਓਸਿਸ ਸੈੱਲ ਕੇਵਲ ਵਾਧੇ ਲਈ ਵਿਭਾਜਨ ਕਰਦੇ ਨੇ, ਉਹਨੂੰ ਮਾਈਟੋਸਿਸ ਕਹਿੰਦੇ ਨੇ। ਜਿਹੜੇ ਸੈੱਲ ਸਿਰਫ ਵਾਧੇ ਲਈ ਵਿਭਾਜਨ ਕਰਦੇ ਨੇ, ਮਾਈਟੋਸਿਸ। ਇਵੇਂ ਯਾਦ ਰੱਖਿਆ ਜਾ ਸਕਦਾ ਹੈ, ਮਾਈਟੋਸਿਸ ਮਤਲਬ T ਆ ਗਿਆ ਤੇ 2, ਜਦੋਂ ਇੱਕ ਸੈੱਲ ਦੋ ਵਿੱਚ ਵੰਡਿਆ ਜਾਵੇ, ਇੱਕ ਸੈੱਲ ਤੋਂ ਦੋ ਸੈੱਲ ਬਣਨ ਤੇ ਸਾਰਾ ਦਾ ਸਾਰਾ ਜੈਨੇਟਿਕ ਮਟੀਰੀਅਲ ਦੋ ਦੋ ਹਿੱਸਿਆਂ ਵਿੱਚ ਬਰਾਬਰ ਜਾਵੇ, ਇਹਦੇ ਵਿੱਚ ਵੀ 4 ਨੇ ਤੇ ਇਹਦੇ ਵਿੱਚ ਵੀ 4 ਨੇ, 4 ਕ੍ਰੋਮੋਸੋਮ ਹੋਣ, ਤਾਂ ਉਹਨੂੰ ਕੀ ਕਹਿੰਦੇ ਨੇ, ਮਾਈਟੋਸਿਸ, ਠੀਕ ਹੈ। ਉਹ ਕਹਿੰਦੇ ਇੱਕ ਮਾਤਰੀ ਸੈੱਲ ਦੋ ਸੰਤਾਨ ਸੈੱਲਾਂ ਵਿੱਚ ਵੰਡਿਆ ਜਾਂਦਾ ਹੈ, ਤੇ ਠੀਕ ਹੈ, ਜਿਹੜਾ ਆਹ ਇਹਨੂੰ ਮਦਰ ਸੈੱਲ ਕਹਿੰਦੇ ਨੇ, ਤੇ ਜਿਹੜੇ ਆਹ ਨੇ ਇਹਨਾਂ ਨੂੰ ਡਾਟਰ ਸੈੱਲ ਕਹਿੰਦੇ ਨੇ, ਠੀਕ ਹੈ। ਤੇ ਕ੍ਰੋਮੋਸੋਮ ਦੀ ਸੰਖਿਆ ਜਿਹੜੀ ਹੈ ਬਰਾਬਰ ਰਹਿੰਦੀ, ਜੇ ਇਹਦੇ ਵਿੱਚ 4 ਨੇ ਤੇ ਇਹਦੇ ਵਿੱਚ ਵੀ 4 ਹੋਣਗੇ, ਠੀਕ ਹੈ। ਤੇ ਇਹ ਸੈੱਲਾਂ ਦੇ ਵਾਧੇ ਤੇ ਸੈੱਲਾਂ ਦੀ ਟੁੱਟ ਭੱਜ ਨੂੰ ਠੀਕ ਕਰਦਾ ਹੈ। ਤੇ ਅਗਲਾ ਜਿਹੜਾ ਉਹ ਕਹਿੰਦੇ ਪੌਦਿਆਂ ਤੇ ਜੰਤੂਆਂ ਦੇ ਜਣਕ ਅੰਗ, ਜਣਕ ਮਤਲਬ ਜਿਹੜੇ ਹੁੰਦੇ ਨੇ ਉਹਨਾਂ ਦੇ ਜਿਹੜੇ ਸੈਕਸ ਸੈੱਲਸ ਹੁੰਦੇ ਨੇ ਜਿਨ੍ਹਾਂ ਨੇ ਰੀਪਰੋਡਕਸ਼ਨ ਕਰਨੀ ਹੁੰਦੀ ਹੈ, ਠੀਕ ਹੈ, ਜੋ ਨਿਸ਼ੇਚਨ ਉਹਨਾਂ ਨੇ ਫਰਟੀਲਾਈਜੇਸ਼ਨ ਕਰਨੀ ਤੇ ਨਵੀਂ ਸੰਤਾਨ ਨੂੰ ਜਨਮ ਦਿੰਦੇ ਨੇ, ਇਹ ਸੈੱਲ ਵਿਭਾਜਨ ਦੀ ਇੱਕ ਵੱਖਰੀ ਕਿਸਮ ਰਾਹੀਂ ਵਿਭਾਜਨ ਕਰਦੇ ਨੇ। ਤੇ ਇਹਦੇ ਵਿੱਚ ਦੋ ਪੜਾਵਾਂ ਦੇ ਵਿੱਚ ਵਿਭਾਜਨ ਹੁੰਦਾ ਹੈ, ਮਤਲਬ ਪਹਿਲੇ ਆਹ ਦੋ ਅੱਧਾ ਮਟੀਰੀਅਲ ਡਿਵਾਈਡ ਹੁੰਦਾ, ਤੇ ਫਿਰ ਇਹਨਾਂ ਤੋਂ ਅਗਰ ਨਵੇਂ ਔਰ ਮਤਲਬ ਦੋ ਵਾਰੀ ਜਿਹੜੀ ਡਿਵੀਜ਼ਨ ਹੁੰਦੀ ਹੈ ਉਸ ਡਿਵੀਜ਼ਨ ਨੂੰ ਕੀ ਕਹਿੰਦੇ ਨੇ, ਮੀਓਸਿਸ। ਜਿਹਦੇ ਵਿੱਚ ਦੋ ਵਾਰੀ ਡਿਵੀਜ਼ਨ ਹੁੰਦੀ ਹੈ ਉਹਨੂੰ ਕੀ ਕਹਿੰਦੇ ਨੇ, ਮੀਓਸਿਸ। ਦੋ ਪੜਾਵਾਂ ਦੇ ਵਿੱਚ ਵਿਭਾਜਨ, ਜਦੋਂ ਕੋਈ ਮੀਓਸਿਸ ਰਾਹੀਂ ਵਿਭਾਜਿਤ ਹੁੰਦਾ ਹੈ ਤਾਂ ਦੋ ਦੀ ਥਾਂ 4 ਸੰਤਾਨ ਸੈੱਲ ਬਣਾਉਂਦਾ ਹੈ, ਠੀਕ ਹੈ। ਜੇ ਤਾਂ 2 ਸੈੱਲ ਬਣ ਰਹੇ ਨੇ, ਮਾਈਟੋਸਿਸ ਮਤਲਬ 2 ਸੈੱਲ, ਤੇ ਮਿਓਸਿਸ ਮਤਲਬ 4 ਸੈੱਲ, ਮਿਓਸਿਸ ਮਤਲਬ 4 ਸੈੱਲ, ਠੀਕ ਹੈ ਜੀ। ਇਹ ਸੀ ਆਪਣੇ ਕੋਲ ਸੈੱਲ
ਤਾਂ ਵਿੱਚ ਜੋ ਕੁਝ ਆਪਾਂ ਪੜ੍ਹਿਆ, ਠੀਕ ਹੈ ਜੀ। ਤੇ ਜੇਕਰ ਤੁਸੀਂ ਚਾਹੁੰਦੇ ਹੋ ਇਵੇਂ ਦੀਆਂ ਹੀ ਵੀਡੀਓਜ਼ ਹੋਰ ਟੌਪਿਕ 'ਤੇ ਬਣਾਈਆਂ ਜਾਣ, ਇੱਕ ਵਾਰੀ ਸੈੱਲ ਟੌਪਿਕ 'ਤੇ ਵੀਡੀਓ ਬਣਾਈ ਹੈ ਜਸਟ ਚੈੱਕ ਕਰਨ ਵਾਸਤੇ, ਤੇ ਮਤਲਬ ਕਿੰਨੇ ਕੁ ਆਪਾਂ ਨੂੰ ਵਿਊਜ਼ ਮਿਲਦੇ ਨੇ ਜਾਂ ਕਿਹੋ ਜਿਹਾ ਬੱਚਿਆਂ ਦਾ ਰਿਸਪੌਂਸ ਹੁੰਦਾ। ਜੇਕਰ ਰਿਸਪੌਂਸ ਵਧੀਆ ਹੁੰਦਾ ਤਾਂ ਫਿਰ ਇਸੇ ਤਰ੍ਹਾਂ ਦੇ ਸਾਰੇ ਟੌਪਿਕ 'ਤੇ ਸਾਰੀਆਂ ਵੀਡੀਓ ਬਣਾਈਆਂ ਜਾਣਗੀਆਂ, ਠੀਕ ਹੈ। ਅਤੇ ਕੋਸ਼ਿਸ਼ ਕਰਾਂਗੇ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਕਵਰ ਅਪ ਕਰਿਆ ਜਾਵੇ, ਠੀਕ ਹੈ। ਇੱਕ ਵੀਡੀਓ ਦੇ ਵਿੱਚ ਸਾਰੇ ਪਾਰਟਸ ਨੂੰ ਕਵਰ ਅਪ ਕਰਿਆ ਜਾਵੇ, ਸਾਰੀ ਬਾਇਓ ਕੰਪਲੀਟ ਕਰੀ ਜਾਵੇ, ਠੀਕ ਹੈ, ਜਾਂ ਅਲੱਗ-ਅਲੱਗ ਵੀਡੀਓਜ਼ ਬਣਾ ਕੇ ਉਹਨਾਂ ਨੂੰ ਕੰਪਾਈਲ ਕਰਿਆ ਜਾਵੇ। ਅਤੇ ਜੇ ਮਟੀਰੀਅਲ ਤੁਹਾਨੂੰ ਸਾਡਾ ਕੰਟੈਂਟ ਵਧੀਆ ਦਾ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ, ਠੀਕ ਹੈ। ਸਪੈਸ਼ਲੀ ETT ਕੈਡਰ ਵਾਸਤੇ ਬੱਚਿਆਂ ਨੂੰ ਵੱਧ ਤੋਂ ਵੱਧ ਫੋਰਵਰਡ ਕਰੋ, ਤਾਂ ਜੋ ਉਹ ਬੱਚੇ ਜਿਹੜੇ ਨੋਨ ਸਾਇੰਸ ਵਾਲੇ ਨੇ, ਮਤਲਬ ਜਿਹੜੇ ਬੱਚੇ ਨੂੰ ਜਿਹਨਾਂ ਨੂੰ ਇੰਗਲਿਸ਼ ਦੇ ਵਿੱਚ ਸਾਇੰਸ ਪੜ੍ਹਨ ਦੇ ਵਿੱਚ ਕਾਫੀ ਦਿੱਕਤ ਆ ਰਹੀ ਹੈ, ਉਹਨਾਂ ਦਾ ਫਾਇਦਾ ਹੋ ਸਕੇ, ਠੀਕ ਹੈ ਜੀ। ਤਾਂ ਕਿਸੇ ਨੂੰ ਵੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇਸ ਨੰਬਰ 'ਤੇ ਕੰਟੈਕਟ ਕਰਕੇ ਗੱਲ ਕਰ ਸਕਦੇ ਜੀ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ।